ਸਤਨਾਮ ਵਾਹਿਗੁਰੂ ਜੀਓ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ। ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪਰਮ ਸਤਿਕਾਰਯੋਗ ਸਤਿਗੁਰੂ ਜੀ ਨੂੰ ਪਿਆਰ ਕਰਨ ਵਾਲੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਪਿਆਰ ਅਦਬ ਨਾਲ ਲਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋ ਹਸਤੀਆਂ ਦਾ ਉਚੇਚੇ ਤੌਰ 'ਤੇ ਅਦਬ ਸਤਿਕਾਰ ਬਾਰ-ਬਾਰ ਗੁਰਬਾਣੀ ਦੇ ਅੰਦਰ ਉਸ ਸਤਿਕਾਰ ਨੂੰ ਦੁਹਰਾਇਆ ਜਾਂਦਾ ਹੈ। ਇੱਕ ਉਹ ਅਕਾਲ ਪੁਰਖ ਵਾਹਿਗੁਰੂ ਅਤੇ ਦੂਸਰਾ ਉਹਦੀ ਬੰਦਗੀ ਕਰਨ ਵਾਲੇ ਸਤਿਗੁਰੂ ਸਾਹਿਬਾਨ ਜੀ। ਦੋਨਾਂ ਦੀ ਮਹਿਮਾ ਗੁਰਬਾਣੀ ਅੰਦਰ ਬਾਰ-ਬਾਰ ਕਰਤੇ ਹਨ। ਵਾਹਿਗੁਰੂ ਤਾਂ ਤਨ ਹੈ ਨਹੀਂ ਸ੍ਰਿਸ਼ਟੀ ਦੇ ਮਾਲਕ। ਸਾਹਿਬ ਕਹਿੰਦੇ ਜਿਨੀ ਸਤਿਗੁਰ ਸੇਵਿਆ ਪਿਆਰੇ, ਜਿਨ੍ਹਾਂ ਨੇ ਗੁਰੂ ਪਰਮੇਸ਼ਰ ਨੂੰ ਯਾਦ ਕੀਤਾ, ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹ ਵੀ ਤਰ ਜਾਂਦਾ ਹੈ। ਇੱਥੋਂ ਤੱਕ ਸਤਿਗੁਰੂ ਜੀ ਬਚਨ ਕਰਤੇ ਹਨ ਭਈ ਇਹ ਜਿਹੜੇ ਗੁਰਮੁਖ ਪਿਆਰਿਆਂ ਨੂੰ ਕੋਈ ਅਦਬ ਕਰੇ, ਅੰਦਰੋਂ ਦਿਲੋਂ ਸਤਿਕਾਰ ਕਰੇ। ਬੜੇ ਪਿਆਰੇ ਬਚਨ ਨੇ ਗੁਰਬਾਣੀ ਦੇ। ਮਹਾਰਾਜ ਜੀ ਕਹਿੰਦੇ ਜਿਹੜੇ ਬਾਣੀ ਪੜ੍ਹਦੇ, ਨਾਮ ਜਪਦੇ, ਉਹ ਤਾਂ ਧੰਨ ਧੰਨ ਹੈਨ ਕਿ, ਪਰ ਜਿਹੜੇ ਉਹਨਾਂ ਬੰਦਗੀ ਵਾਲਿਆਂ ਨੂੰ ਜੀਓ ਕਹਿਣ, ਜਮਾਂ ਦੀ ਮਾਰ ਉਹਨਾਂ ਨੂੰ ਵੀ ਨਹੀਂ ਪੈਂਦੀ। ਆਓ ਅੱਜ ਆਪਾਂ ਦਰਸ਼ਨ ਕਰਾਂਗੇ ਸਤਿਕਾਰਯੋਗ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸੰਬੰਧ ਅੰਦਰ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ 4 ਅਕਤੂਬਰ 1932 ਨੂੰ ਤਿਨਾਂ ਦਾ ਸਰਦਾਰ ਝੰਡਾ ਸਿੰਘ ਮਾਤਾ ਲਾਭ ਕੌਰ ਦੇ ਗ੍ਰਹਿ ਪਿੰਡ ਪੂਰਿਆਂ ਵਿਖੇ, ਤਹਿਸੀਲ ਪੱਟੀ, ਉਦੋਂ ਜ਼ਿਲ੍ਹਾ ਲਾਹੌਰ ਸੀ, ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਉਹਨਾਂ ਦਾ ਜਨਮ ਹੁੰਦਾ ਹੈ। 16 ਅਗਸਤ 1977 ਨੂੰ ਉਹ ਸਰੀਰ ਤਿਆਗ ਜਾਂਦੇ ਹਨ। 16 ਅਗਸਤ ਦਾ ਮਹੀਨਾ ਚੱਲ ਰਿਹਾ ਹੈ। 16 ਅਗਸਤ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਉਹ ਗੁਰੂ ਕੀਆਂ ਸੰਗਤਾਂ, ਜਿਨ੍ਹਾਂ ਨੂੰ ਗਾਹੇ ਬਗਾਹੇ ਦਮਦਮੀ ਟਕਸਾਲ ਦੇ ਸਤਿਪੁਰਖਾਂ ਕੋਲੋਂ ਸੰਗਤ ਮਿਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਲੜ ਲੱਗੇ, ਅੰਮ੍ਰਿਤ ਦੀ ਦਾਤ ਲਈ, ਗੁਰਬਾਣੀ ਦਾ ਪ੍ਰਚਾਰ ਸੁਣਿਆ, ਜੀਵਨ ਬਦਲੇ। ਉਹ ਦੁਨੀਆ ਭਰ ਵਿੱਚ ਵੱਖ-ਵੱਖ ਜਗ੍ਹਾ 'ਤੇ ਮਹਾਂਪੁਰਖਾਂ ਦੀ ਬਰਸੀ ਦੇ ਰੂਪ ਅੰਦਰ ਇਸ ਦਿਨ ਨੂੰ ਮਨਾਉਂਦੇ ਹਨ। ਆਪਾਂ ਵੀ ਹਾਲਾਤ ਚੱਲ ਰਹੇ ਹਨ, ਕਰੋਨਾ ਕਰਕੇ ਸੰਗਤਾਂ ਗੁਰੂ ਘਰਾਂ ਵਿੱਚ
ਇਕੱਠੀਆਂ ਨਹੀਂ ਹੋ ਸਕਦੀਆਂ ਅਜੇ ਹਾਲਾਤ ਮੁਤਾਬਕ। ਹਰ ਰੋਜ਼ ਹੀ ਅਜੇ ਇਹ ਭਿਆਨਕ ਬਿਮਾਰੀ ਕਈ ਤਰ੍ਹਾਂ ਦੇ ਰੰਗ ਬਦਲ ਰਹੀ ਹੈ। ਤੋ ਆਪਾਂ ਮੀਡੀਆ ਦੇ ਰਾਹੀਂ ਜਿੱਥੇ ਜਿੱਥੇ ਵੀ ਬੈਠੇ ਹਾਂ, ਆਪਣਾ ਪਿਆਰ ਉਹਨਾਂ ਮਹਾਂਪੁਰਖਾਂ ਪ੍ਰਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਰਹਿਮਤ ਵਰਤੀ ਉਹਦੇ ਪ੍ਰਤੀ ਪ੍ਰਗਟਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਬੇਨਤੀ ਕਰ ਲੱਗਾ ਹਾਂ, ਸਰਦਾਰ ਝੰਡਾ ਸਿੰਘ ਤੇ ਮਾਤਾ ਲਾਭ ਕੌਰ ਦੇ ਗ੍ਰਹਿ ਵਿਖੇ 4 ਅਕਤੂਬਰ 1932 ਨੂੰ ਜਨਮ ਹੁੰਦਾ ਹੈ। ਸੰਤਾਂ ਦੇ ਪਿਤਾ ਜੀ, ਇਹਨਾਂ 'ਤੇ ਅਕਾਲੀ ਸਿੰਘਾਂ ਦਾ ਬਹੁਤ ਪ੍ਰਭਾਵ ਸੀ। ਕਦੇ ਸਮਾਂ ਸੀ ਅਕਾਲੀ ਸਿੰਘਾਂ ਨੂੰ ਬਹੁਤ ਸਤਿਕਾਰਯੋਗ ਪੰਥ ਦੇ ਹਿੱਤ ਵਾਲੇ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਮੰਨਿਆ ਜਾਂਦਾ ਸੀ, ਕਿਉਂਕਿ ਨਨਕਾਣਾ ਸਾਹਿਬ ਤੇ ਸਾਕੇ ਤੋਂ ਇਹ ਪ੍ਰਾਰੰਭ ਹੋਈ ਸੀ। ਇਹ ਨਾਮ ਜੋ ਦਲ ਬਣਿਆ ਤਾਂ ਇਹ ਜਗ੍ਹਾ ਜਗ੍ਹਾ 'ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਸੀ। ਪਰ ਇੱਕ ਬੜੀ ਹੈਰਾਨਗੀ ਜੀ ਦੀ ਗੱਲ ਹੈ ਤੇ ਸਾਂਝੀ ਕਰਕੇ ਤੁਰਨਾ ਚਾਹੁੰਦਾ ਵਾਂ। ਜਦੋਂ ਅੰਗਰੇਜ਼ਾਂ ਨੇ ਸਿੱਖ ਰਾਜ ਖੋਹ ਲਿਆ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਯਤਨ ਕੀਤਾ ਵੀ ਜਿੰਨਾ ਕੁਛ ਵੀ ਗੁਣ ਨੇ ਹਿੰਦੁਸਤਾਨ ਵਿੱਚ ਜਾਂ ਸਿੱਖ ਰਾਜ ਵਿੱਚ ਭਰੇ ਸਨ, ਉਹਨਾਂ ਗੁਣਾਂ ਨੂੰ ਕਿਸੇ ਤਰੀਕੇ ਮਲੀਆ ਮੇਟ ਕੀਤਾ ਜਾਵੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਨਾਂ ਨੇ ਦੁਨੀਆ ਭਰ 'ਚੋਂ ਪੜ੍ਹਾਈ ਦਾ ਮਿਆਰ ਸਭ ਤੋਂ ਉੱਚਾ ਚੁੱਕਿਆ ਸੀ। ਬੱਚੀਆਂ ਨੂੰ ਵਿੱਦਿਆ ਦੇਣ ਲਈ 18 ਸਕੂਲ ਤੇ ਇਕੱਲੇ ਲਾਹੌਰ ਵਿੱਚ ਹੀ ਉਹਨਾਂ ਨੇ ਖੋਲ੍ਹੇ ਹੋਏ ਸੀ। ਅੰਗਰੇਜ਼ਾਂ ਨੇ ਜਦੋਂ ਆਪਣੇ ਅਫਸਰ ਨਿਯੁਕਤ ਕੀਤੇ ਤੇ ਪਤਾ ਕੀਤਾ ਅਸੀਂ ਆਪਣੇ ਸਕੂਲ ਖੋਲ੍ਹਣੇ ਹਨ, ਇਸ ਸੰਬੰਧਿਤ ਇਹਦੇ ਨਾਲ ਗੱਲ ਮੈਂ ਤਾਂ ਆਰੰਭ ਵਿੱਚ ਕਰਨ ਲੱਗਾ ਵਾਂ। ਜਦੋਂ ਪਤਾ ਕੀਤਾ ਤਾਂ ਕਹਿਣ ਲੱਗੇ ਅੰਗਰੇਜ਼ਾਂ ਨੂੰ ਆਪਣਾ ਜਿਹੜਾ ਪੜ੍ਹਾਈ ਦਾ ਮਿਆਰ ਹੈ ਬਹੁਤ ਨੀਵਾਂ ਹੈ ਅਤੇ ਬਹੁਤ ਉੱਚਾ ਹੈ। ਉਹਨਾਂ ਨੇ ਜਿੰਨੇ ਵੀ ਸਕੂਲਾਂ ਕਾਲਜਾਂ ਵਿੱਚ ਕਿਤਾਬਾਂ ਸੀ ਸਾਰੀਆਂ ਦੀਆਂ ਸਾਰੀਆਂ ਸਾੜ ਕੇ ਸੁਆਹ ਕੀਤੀਆਂ। ਗੁਰਦੁਆਰਾ ਸਾਹਿਬਾਨਾਂ ਦੇ ਧਾਰਮਿਕ ਸਥਾਨਾਂ ਦੇ ਮੁਖੀਆਂ ਨੂੰ ਹੌਲੀ ਹੌਲੀ ਖਰੀਦਿਆ। ਇਹੋ ਜਿਹੇ ਬੰਦਿਆਂ ਨੂੰ ਲਾਇਆ ਜਿਹੜੇ ਕਿ ਨਸ਼ੇ ਆਦਿਕ ਵਿੱਚ ਉਹ ਪੈ ਗਏ। ਸਿੱਖੀ ਦੀਆਂ ਪਰੰਪਰਾਵਾਂ ਨੂੰ ਖਤਮ ਕਰਨ ਲਈ ਕੋਈ ਕਸਰ ਨਾ ਛੱਡੀ। ਹੈਰਾਨ ਹੋਵੋਗੇ ਜਿਹੜੀ ਗੱਲ ਇੱਥੇ ਅੱਜ ਸੰਤਾਂ ਦੀ ਪਰਿਵਾਰ ਨਾਲ ਸੰਬੰਧਿਤ ਹੈ, ਇਹ ਪ੍ਰਚਲਿਤ ਕਰ ਦਿੱਤਾ ਗਿਆ ਵੀ ਜਦੋਂ ਸਿੱਖ ਦਾ ਆਨੰਦ ਕਾਰਜ ਹੋਵੇ ਉਹ ਬੇਦੀ ਦੁਆਲੇ ਜਾਂ ਅੱਗ ਬਾਲ ਕੇ ਉੱਥੇ ਪਰਿਕਰਮਾ ਕੀਤੀਆਂ ਜਾਣ ਅਤੇ ਰਾਤ ਨੂੰ ਫੇਰੇ ਲੈ ਜਾਣ। ਇਹ ਪਿਆਰਿਓ ਹਿੰਦੂ ਧਰਮ ਅੰਦਰ ਇਹ ਰੀਤ ਨਿਭਾਈ ਜਾਂਦੀ ਹੈ। ਸਾਨੂੰ ਸਤਿਗੁਰਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 4 ਲਾਵਾਂ ਦਾ ਪਾਠ ਦਿੱਤਾ ਹੈ। ਅੰਮ੍ਰਿਤ ਵੇਲੇ ਆਨੰਦ ਕਾਰਜ ਦੀ ਪਰੰਪਰਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਪਰਿਕਰਮਾ ਕਰਨੀਆਂ ਹੁੰਦੀਆਂ। ਇਹੋ ਜਿਹਾ ਪ੍ਰਚਾਰ ਹੋਇਆ ਵੀ ਸਿੱਖ ਸੱਚਮੁੱਚ ਇਹ ਸਾਰਾ ਕੁਝ ਕਰਨ ਲੱਗ ਪਏ ਸੀ। ਜਿਹੜੇ ਅੱਜ ਆਨੰਦ ਕਾਰਜ ਆਪਾਂ ਕਰ ਰਹੇ ਹਾਂ ਸਤਿਗੁਰਾਂ ਦੀ ਹਜ਼ੂਰੀ ਅੰਦਰ, ਇਹਨਾਂ ਨੂੰ ਦੁਬਾਰਾ ਸ਼ੁਰੂਆਤ ਕਰਨ ਲਈ ਬਹੁਤ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਸੀ। ਇੱਥੋਂ ਤੱਕ ਤਖਤਾਂ ਦੇ ਜਥੇਦਾਰਾਂ ਨੂੰ ਵੀ ਹਕੂਮਤ ਨੇ ਆਪਣੇ ਵੱਲ ਕੀਤਾ ਹੋਇਆ ਸੀ। ਵਾਹਿਗੁਰੂ ਪਾਲ ਸਿੰਘ ਸੀ ਜਿਹੜੇ ਬਾਅਦ ਵਿੱਚ ਨਕਲੀ ਨਿਰੰਕਾਰੀ ਬਣ ਗਏ, ਕਦੇ ਅਸਲ ਨਿਰੰਕਾਰ ਦੇ ਪੁਜਾਰੀ ਸਨ। ਉਹਨਾਂ ਨੇ ਬੜੇ ਔਖੇ ਹੋ ਕੇ ਆਨੰਦ ਕਾਰਜ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਰਵਾਇਆ ਸੀ ਆਪਣੀ ਬੇਟੀ ਦਾ। ਬੇਨਤੀ ਕਰਾਂ, ਭਾਈ ਹੀਰਾ ਸਿੰਘ ਰਾਗੀ ਸਿੰਘ ਨੂੰ ਬੜਿਆ ਹੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹਨਾਂ ਨੇ ਵੀ ਹਿੱਸਾ ਪਾਇਆ। ਜਾਗੀ ਹੋਈ ਆਤਮਾ ਰੌਲਾ ਪਾਉਂਦੀ ਸਨ, ਕੌਮ ਸੁਣਦੀ ਨਹੀਂ ਸੀ। ਕੌਮ ਦੇ ਆਪਣੇ ਬੰਦੇ ਮੰਨ ਚੁੱਕੇ ਸਨ ਵੀ ਵਿਆਹ ਹੋਵੇ ਤੇ ਅੱਗ ਦੁਆਲੇ ਮਹਾਰਾਜ ਦੁਆਲੇ ਨਹੀਂ। ਬੜਾ ਕੁਛ ਕਰਨਾ ਪਿਆ। ਸੰਤਾਂ ਦੇ ਪਿਤਾ ਨੇ, ਸੰਤਾਂ ਦੀ ਭੈਣਾਂ ਨੇ ਜਦੋਂ ਆਨੰਦ ਕਾਰਜ ਕੀਤੇ, 2 ਭੈਣਾਂ ਸੀ ਅਤੇ ਇਹਨਾਂ ਨੇ ਅੰਮ੍ਰਿਤ ਵੇਲੇ ਕੀਤੇ ਅਤੇ ਪਿੰਡ ਵਾਲੇ ਵਿਰੋਧ ਕਰਦੇ ਸਨ। ਆਲਾ ਦੁਆਲਾ ਇਹ ਕੋਈ ਨਵੀਂ ਰੀਤ ਚੱਲ ਪਈ। ਇਹਨੂੰ ਨਵੀਂ ਰੀਤ ਦੱਸਦੇ ਸਨ ਜਿਹੜੀਆਂ ਪੁਰਾਣੀਆਂ ਸਨ। ਪਰ ਸਰਦਾਰ ਝੰਡਾ ਸਿੰਘ ਦੇ ਅੰਦਰ ਜੋ ਜਾਗੀਆਂ ਹੋਈਆਂ ਆਤਮਾਵਾਂ ਸਨ, ਜਿਨ੍ਹਾਂ ਨੂੰ ਸੱਚਮੁੱਚ ਪਤਾ ਸੀ ਸਿੱਖੀ ਕੀ ਅਤੇ ਸਾਡੇ ਉੱਪਰ ਕੀ ਕੁਛ ਜੋੜ ਦਿੱਤਾ ਗਿਆ ਹੈ, ਇਹਨਾਂ ਨੇ ਆਨੰਦ ਕਾਰਜ ਕਰਵਾਏ ਬੱਚੀਆਂ ਦੇ ਅਤੇ ਬਹੁਤ ਵੱਡੀ ਗੱਲ ਸੀ। ਸੰਤਾਂ ਨੂੰ ਘਰ ਵਿੱਚੋਂ ਗੁਰਸਿੱਖੀ ਦਾ ਮਾਹੌਲ ਮਿਲਿਆ। ਗੁਰਸਿੱਖੀ ਦੇ ਮਾਹੌਲ ਦਾ ਹੀ ਅਸਰ ਸੀ। ਗੁਰੂ ਕੇ ਪਿਆਰਿਓ, ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨ ਦਾ
ਚਾਅ ਸੀ ਜਪਜੀ ਸਾਹਿਬ ਦੇ ਪਾਠਾਂ ਦਾ। ਖਾਸ ਕਰਕੇ 1957 ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ, ਪਰ ਉਸ ਤੋਂ ਪਹਿਲਾਂ ਹੀ ਮਹਾਂਪੁਰਖਾਂ ਨਾਲ ਮੇਲ ਹੋ ਕੇ ਜਦੋਂ ਆਪਣੇ ਨਗਰ ਪੜ੍ਹਦੇ, ਫਿਰ ਪਿਆਰਿਓ ਸ੍ਰੀ ਅੰਮ੍ਰਿਤਸਰ ਸਾਹਿਬ ਪੜ੍ਹਨ ਆਏ। ਉੱਥੇ ਪੜ੍ਹ ਕੇ ਜਦੋਂ ਇਹ ਆਪਣੇ ਖਾਲਸਾ ਕਾਲਜ ਤੋਂ ਸਤਿਗੁਰੂ ਜੀ ਦੇ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਘਰ ਜਾਣਾ, ਅਤੇ ਜਾਂਦਿਆਂ ਆਉਂਦਿਆਂ ਜਪਜੀ ਸਾਹਿਬ ਦੇ ਪਾਠ 12 ਜਾਂਦਿਆਂ 13 ਆਉਂਦਿਆਂ 25 ਜਪਜੀ ਸਾਹਿਬ ਦੇ ਪਾਠ ਕਰਨੇ, ਨਾਲ ਲੈ ਕੇ ਹੋਰ ਸਿੰਘਾਂ ਨੂੰ ਕਈ ਵਾਰ ਕੰਧਾਂ 'ਤੇ ਚੜ੍ਹ ਕੇ ਰਾਤ ਨੂੰ ਬਹਿ ਕੇ ਕਹਿਣਾ, ਸਿੰਘੋ ਪਾਠ ਕਰੀਏ ਜੀ, ਨੀਂਦ ਆਏਗੀ ਅਤੇ ਆਪੇ ਕੰਨ ਤੋਂ ਥੱਲੇ ਡਿੱਗਾਂਗੇ ਅਤੇ ਆਪੇ ਫਿਰ ਇਹ ਮਨ ਸ਼ਰਾਰਤਾਂ ਨਹੀਂ ਕਰੇਗਾ। ਅਭਿਆਸ ਜਾਰੀ ਕਰ ਦਿੱਤਾ ਸੀਗਾ ਸ਼ੁਰੂ ਤੋਂ ਲੈ ਕੇ। ਗੁਰੂ ਰਾਮਦਾਸ ਸਾਹਿਬ ਜੀ ਨਾਲ ਪਿਆਰ ਸੀ, ਪਰ ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਨਾਲ ਮੇਲ ਹੁੰਦਾ ਏ, ਉਹਨਾਂ ਨੂੰ ਬੇਨਤੀ ਕੀਤੀ ਪਿੰਡ ਆਓ। ਸੰਤ ਗਿਆਨੀ ਗੁਰਬਚਨ ਸਿੰਘ ਜੀ 13 ਵਾਰ ਸੰਤ ਕਰਤਾਰ ਸਿੰਘ ਜੀ ਹੋਰਾਂ ਦੇ ਨਗਰ ਆਏ ਨੇ, ਪਰ ਬਾਪੂ ਝੰਡਾ ਸਿੰਘ ਨਾਰਾਜ਼ ਸਨ। 13 ਵਾਰੀ 'ਚੋਂ ਇੱਕ ਵਾਰੀ ਉਹਨਾਂ ਨੇ ਕਥਾ ਸਰਵਨ ਕੀਤੀ ਏ। ਉਹਨਾਂ ਦੇ ਅੰਦਰ ਇਹ ਬੈਠਾ ਸੀ ਭਈ ਸੰਤਾਂ ਨੂੰ ਨਹੀਂ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਸਿੱਖਿਆ ਲਈ ਜਾਵੇ। ਜਿਹੜੀ ਇਹ ਗੱਲ ਪ੍ਰਚਲਿਤ ਹੋ ਚੁੱਕੀ ਹੈ ਕੌਮ ਦੇ ਅੰਦਰ, ਅੱਜ ਵੀ ਕਈ ਗੱਲਾਂ ਮਨ ਦੀਆਂ ਘਾੜਤਾਂ ਨੇ, ਕੋਈ ਉਹਦੇ 'ਚ ਅਸਲੀਅਤ ਨਹੀਂ ਹੈ। 13 ਵਾਰੀ 'ਚੋਂ ਇੱਕ ਵਾਰੀ ਕੇਵਲ ਕਥਾ ਸੁਣੀ ਅਤੇ ਬਾਪੂ ਝੰਡਾ ਸਿੰਘ ਜੀ ਕਿਆ ਕਰਦੇ ਸਨ, ਮੇਰਾ ਹੀਰੇ ਵਰਗਾ ਪੁੱਤ ਸੀ, ਸਾਧਾਂ ਨੇ ਪੱਟ ਲਿਆ ਏ। ਕਿਉਂਕਿ ਸੰਤ ਕਰਤਾਰ ਸਿੰਘ ਜੀ ਦੀ ਰੁਚੀ ਵੱਧਦੀ ਜਾ ਰਹੀ ਸੀ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨਾਲ ਫਿਰ ਪੱਕੇ ਤੌਰ 'ਤੇ ਸੇਵਾ ਵਿੱਚ ਚਲੇ ਗਏ। ਬਾਪੂ ਨਾਰਾਜ਼ ਸੀ ਵੀ ਇਹ ਕੰਮ ਕਿਉਂ ਕਰ ਰਹੇ ਨੇ। ਇਹ ਕਾਦਰ ਦੀ ਕੁਦਰਤ ਹੁੰਦੀ ਏ। ਕਈ ਮਾਪੇ ਅਰਦਾਸਾਂ ਕਰਕੇ ਲੋਚਦੇ ਨੇ ਵੀ ਪੁੱਤਰ ਕਮਾਈਆਂ ਕਰਨ, ਨਾਮ ਸਿਮਰਨ, ਬੰਦਗੀ ਕਰਨ, ਮਹਾਂਪੁਰਖਾਂ ਦੀ ਸੰਗਤ ਕਰਨ, ਪਰ ਕਈ ਮਾਪਿਆਂ ਨੂੰ ਅਫਸੋਸ ਹੁੰਦਾ, ਉਹ ਕਹਿੰਦੇ ਕੇਵਲ ਪੈਸਾ ਕਮਾਉਣ, ਪਰ ਕਿਸੇ ਵੀ ਸਾਧੂ ਜਾਂ ਮਹਾਂਪੁਰਖ ਦੀ ਉਹਨੂੰ ਸੰਗਤ ਨਾ ਮਿਲੇ। ਪਰ ਜੋ ਧੁਰੋਂ ਲਿਖਿਆ ਹੁੰਦਾ ਹੋਣਾ ਉਹ ਕੁਝ ਹੀ ਹੁੰਦਾ ਹੈ। ਸੰਤ ਕਰਤਾਰ ਸਿੰਘ ਜੀ ਉੱਪਰ ਅਸਰ ਸੀ ਜਪਜੀ ਸਾਹਿਬ ਦੇ ਪਾਠ, ਕਿਉਂਕਿ ਪਿਆਰਿਓ ਟਕਸਾਲ ਵਿੱਚ ਨਾ ਮਹਾਰਾਜ ਜੀ ਵੱਲੋਂ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਮਾਪਿਆਂ ਨੇ ਜਦੋਂ ਸੰਤ ਗਿਆਨੀ ਸੁੰਦਰ ਸਿੰਘ ਜੀ ਖੁਰਾਂ ਦਾ ਜਨਮ ਹੋਣਾ ਸੀ, ਉਹਨਾਂ ਦੇ ਪਿਤਾ ਸਰਦਾਰ ਖਜਾਨ ਸਿੰਘ ਖੁਰਾ ਨੇ ਪਹਿਲਾਂ ਹੀ 1.25 ਲੱਖ ਜਪਜੀ ਸਾਹਿਬ ਦਾ ਪਾਠ, ਮੂਲ ਮੰਤਰ ਜਿਹੜੇ ਸਨ ਉਹਦੇ ਲੱਖਾਂ 'ਚ ਪਾਠ ਕਰਾਏ। ਮਾਤਾ ਰੋਜ਼ ਪਾਠ ਕਰਿਆ ਕਰਦੀ, ਜਨਮ ਹੋਇਆ। ਸੁਭਾਵਿਕ ਸੀ ਬਾਬਾ ਸੁੰਦਰ ਸਿੰਘ ਸਾਹਿਬ ਜੀ ਤੋਂ ਸਾਰਾ ਪ੍ਰਭਾਵ ਪੈਣਾ। ਉਹਨਾਂ ਨੇ ਫਿਰ ਆਪ ਜਪਜੀ ਦੇ ਪਾਠਾਂ ਦਾ ਬਹੁਤ ਅਭਿਆਸ ਕਰਦੇ ਸੀ। ਉਹਨਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਾਸੋਂ ਵੀ ਇਹ 1.25 ਲੱਖ ਜਪਜੀ ਦੇ ਪਾਠ, ਪਿਆਰਿਓ ਕਿੰਨਾ ਸਮਾਂ ਲੱਗਦਾ ਹੈ, ਕਿੰਨੇ ਸਾਲਾਂ ਵਿੱਚ ਉਹ ਕਰਵਾਏ, ਮੂਲ ਮੰਤਰ ਕਰਵਾਏ। ਆਪ ਦੱਸਿਆ ਕਰਦੇ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵੀ ਅਸੀਂ ਕਿੱਥੇ ਕਿੱਥੇ ਬੈਠ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ। ਤੋ ਸਾਰਾ ਪ੍ਰਭਾਵ ਟਕਸਾਲ ਵਿੱਚ ਜਪਜੀ ਸਾਹਿਬ ਦੇ ਪਾਠਾਂ ਦਾ ਵਾਧੇ ਤੇ ਜਾਂ ਮੂਲ ਮੰਤਰ ਦਾ। ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਦਾ ਜਾਪ ਕੀਤਾ ਤੇ ਕਰਵਾਇਆ ਜਾਂਦਾ ਹੈ। ਉਸੇ ਅਧੀਨ ਹੀ ਸੰਤ ਕਰਤਾਰ ਸਿੰਘ ਸਾਹਿਬ ਵੀ ਜਪਜੀ ਦੇ ਪਾਠ ਬਾਹਰੋਂ ਤਾਂ ਜਿੰਨੇ ਉਹਨਾਂ ਨੇ ਹੁੰਦੇ ਨੇ ਦੱਸਣੇ, ਉਹਨੇ ਕੋਈ ਕਿਸੇ ਨੂੰ ਪਤਾ ਹੁੰਦੇ ਨੇ, ਪਰ ਇਹ ਪਿਆਰ ਹੀ ਐਸਾ ਹੈ ਬਾਣੀ ਨਾਲ, ਜਦੋਂ ਕਿਸੇ ਦਾ ਲੱਗਦਾ ਏ ਉਹਦਾ ਜੀ ਨਹੀਂ ਚਾਹੁੰਦਾ ਮੈਂ ਖਟਾਂ 25 ਖੋਣ, 50 ਖੋਣ, 75 ਖੋਣ, 100 ਖੋਣ ਜਾਂ ਇਸ ਤੋਂ ਵੱਧ ਖੋਣ। ਅਸੀਂ ਜਾਣਦੇ ਹਾਂ ਮੈਂ ਤੇ ਪਿਆਰਿਓ ਹਰ ਕਿਸੇ ਨੇ ਇੱਕ ਚਾਅ ਹੁੰਦਾ ਸੀ ਭਈ ਅਸੀਂ ਕਿਵੇਂ ਵੱਧ ਤੋਂ ਵੱਧ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਨੇ ਨੇ। ਤੋ ਖੈਰ ਗੱਲ ਕਰੀਏ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਖੁਰਾ ਨੇ ਕੁਝ ਸਮਾਂ 6 ਮਹੀਨੇ ਪਟਵਾਰੀ ਦੀ ਵੀ ਜੌਬ ਕੀਤੀ। ਉਦੋਂ ਮੁਕਤਸਰ ਦੇ ਇਲਾਕੇ ਵਿੱਚ ਗਏ। ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਖੁਰਾ ਨੂੰ ਬੇਨਤੀ ਕੀਤੀ, ਜੀ ਇੱਥੇ ਦਰਸ਼ਨ ਦਿਓ, ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ। ਹਾਂ ਹੋ ਗਈ। ਜਥਾ ਆ ਗਿਆ, ਲੰਗਰ ਤਿਆਰ ਹੋਇਆ। ਜਦੋਂ ਲੰਗਰ ਛਕਾਉਣਾ ਸੀ ਤੇ ਬਰਤਨ ਨਹੀਂ ਸਨ, ਪੱਤਲਾਂ ਵਿੱਚ ਛਕਾਏ ਗਏ। ਥੋੜ੍ਹੇ ਬਹੁਤ ਸਨ, ਥੋੜ੍ਹਿਆਂ ਨੂੰ ਆਏ, ਬਾਕੀ ਨੂੰ ਹੱਥਾਂ 'ਤੇ ਹੀ। ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿਣ ਲੱਗੇ, ਕਰਤਾਰ ਸਿੰਘ ਜੇ ਭਾਂਡੇ ਹੀ ਨਹੀਂ ਸਨ
ਤੇ ਕਾਹਨੂੰ ਦੇ ਇੱਥੇ ਬੁਲਾਉਣਾ ਸੀਗਾ ਸਾਡੇ ਸਿੰਘਾਂ ਨੂੰ, ਪ੍ਰਸ਼ਾਦੇ ਦੀ ਕੀ ਲੋੜ ਸੀ ਛਕਾਉਣ ਦੀ। ਉਹਨਾਂ ਨੇ ਸਮਝਿਆ ਕੋਈ ਪਰਚਾ ਹੀ, ਹੱਥ ਜੋੜ ਕੇ ਖਲੋ ਕੇ ਕਹਿਣ ਲੱਗੇ, ਮਹਾਂਪੁਰਖੋ ਬੇਨਤੀ ਹੈ, ਮੈਂ ਤੇ ਸੁਣਿਆ ਹੀ ਗੁਰੂ ਖਾਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕੀਰਤਪੁਰ ਸਾਹਿਬ ਮਾਤਾ ਦਾ ਪ੍ਰੇਮ ਵੇਖ ਕੇ ਗਏ ਸਨ, ਘੋੜੇ 'ਤੇ ਚੜ੍ਹੇ ਚੜ੍ਹਿਆ ਹੱਥਾਂ 'ਤੇ ਪ੍ਰਸ਼ਾਦਾ ਛਕ ਲਿਆ ਸੀ। ਅਸੀਂ ਗਰੀਬ ਹਾਂ, ਸਾਡੇ ਕੋਲ ਇਤਨੀ ਮਾਇਆ ਨਹੀਂ ਹੈ, ਸਾਨੂੰ ਗਰੀਬ ਜਾਣ ਕੇ ਸਾਡੀ ਇਹ ਸੇਵਾ ਪ੍ਰਵਾਨ ਕਰ ਲਓ। ਸੰਤ ਬਾਬਾ ਗੁਰਬਚਨ ਸਿੰਘ ਜੀ ਬਹੁਤ ਪ੍ਰਸੰਨ ਹੋਏ, ਬੜੀਆਂ ਅਸੀਸਾਂ ਦਿੱਤੀਆਂ ਤੇ ਘੁੱਟ ਕੇ ਆਪਣੇ ਗਲੇ ਨਾਲ ਲਾਇਆ, ਕਹਿਣ ਲੱਗੇ ਭਲਾ ਹੋਵੇ, ਐਸਾ ਹੀ ਚਾਹੀਦਾ, ਉਹਦੇ ਨਾਲ ਅਸੀਸਾਂ ਮਿਲੀਆਂ ਨੇ। ਮੈਂ ਇੱਕ ਬੇਨਤੀ ਕਰਾਂ, ਉਹ ਜਿਹੜੀ ਸੇਵਾ ਕੀਤੀ ਸੀ ਸਾਧੂ ਦੀ, ਸਾਧੂ ਖੁਸ਼ ਹੋ ਗਿਆ ਇੱਕ ਗੱਲ। ਉਸ ਤੋਂ ਬਾਅਦ ਉਹ ਨਾਲ ਰੱਖ ਲਿਆਏ, ਜਥੇ ਦੇ ਪੱਕੇ ਤੌਰ 'ਤੇ ਆ ਗਏ। ਅਤੇ ਸੰਤ ਹਮੇਸ਼ਾ ਹੀ ਉਹਨਾਂ ਨੂੰ ਕਿਆ ਕਰਦੇ, ਸਾਨੂੰ ਗੁਰਬਾਣੀ ਸੁਣਾਓ। ਗੁਰਬਾਣੀ ਦੇ ਕੁਛ ਪੰਨੇ, ਕਿਉਂਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਰੋਜ਼ 25 ਪੱਤਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਰਵਨ ਕਰਨੇ, ਹੋਰ ਬੇਅੰਤ ਵੀ ਜਦੋਂ ਸਮਾਂ ਮਿਲਣਾ ਆਪ ਤੇ ਬਾਣੀ ਪੜ੍ਹਦੇ ਨੇ, ਪਰ ਬਾਣੀ ਸੁਣਿਆ ਕਰਦੇ ਸਨ। ਅਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਸੁਣਾਇਆ ਕਰਦੇ ਸਨ। ਸੋਚਦਾ ਵਾਂ ਕਿਤਨੀ ਵੱਡੀ ਕਹਾਣੀ ਹੈ, ਜਿਨ੍ਹਾਂ ਗੱਲਾਂ ਨੂੰ ਬੜੀਆਂ ਛੋਟੀਆਂ ਕਰਕੇ ਲੈਂਦੇ ਆ। ਪਿਆਰਿਓ ਦੇਖੋ, ਜੇ ਸੇਵਾ ਕੀਤੀ ਤੇ ਸਾਧੂ ਤਰੁੱਠ ਪਿਆ, ਆਪ ਜੀ ਨੂੰ ਪਤਾ ਹੀ ਹੋਵੇਗਾ ਨਾ ਕਿ ਇੱਕ ਦਿਨ ਬਰਸਾਤ ਬਹੁਤ ਆਈ ਅੰਮ੍ਰਿਤਸਰ ਸਾਹਿਬ, ਸਾਰਾ ਲੱਕੜ ਬਾਲਣ ਭਿੱਜ ਗਿਆ। ਉਧਰੋਂ ਠੰਡ ਦੇ ਦਿਨ ਸਨ, ਕਹਿਣ ਲੱਗਿਆ ਜੇ ਲੰਗਰ ਵੀ ਨਹੀਂ ਪੱਕੇਗਾ, ਲੱਕੜਾਂ ਗਿੱਲੀਆਂ ਹੋ ਗਈਆਂ, ਠੰਡ ਵੀ ਬੜੀ ਹੈ। ਪਰ ਭਾਈ ਆਦਮ ਜੀ ਨੇ ਕੁਝ ਲੱਕੜਾਂ ਸਾਂਭ ਕੇ ਰੱਖੀਆਂ ਸੀ ਵੀ ਔਖੇ ਸੁੱਖ ਵੇਲੇ ਕੰਮ ਆਉਣਗੀਆਂ, ਉਹਨਾਂ ਕੱਢੀਆਂ, ਸਾਰੀ ਸੰਗਤ ਨੂੰ ਦਿੱਤੀਆਂ, ਲੰਗਰ ਵਿੱਚ ਵੀ ਪਾਈਆਂ, ਬਾਕੀ ਲੱਕੜਾਂ ਨੂੰ ਵੀ ਅੱਗ ਲੱਗੇ, ਧੂਣੀਆਂ ਵੀ ਤਾਈਆਂ, ਲੰਗਰ ਵੀ ਪੱਕੇ। ਸਤਿਗੁਰੂ ਜੀ ਸਵੇਰੇ ਉੱਠ ਕੇ ਕਹਿੰਦੇ, ਰਾਤ ਕਿਵੇਂ ਬੀਤੀ? ਸੰਗਤ ਨੇ ਕਿਹਾ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ, ਬਹੁਤ ਆਨੰਦ ਵਿੱਚ ਰਾਤ ਲੰਘੀ ਹੈ। ਕਿਵੇਂ ਦੱਸਿਆ ਜੀ? ਭਾਈ ਆਦਮ ਜੀ ਨੇ ਸੇਵਾ ਕੀਤੀ ਹੈ। ਸਤਿਗੁਰੂ ਜੀ ਬੁਲਾ ਕੇ ਕਹਿਣ ਲੱਗੇ, ਜਿਨ੍ਹਾਂ ਸਾਡੀ ਸੰਗਤ ਦੀ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਉਹਦੇ 'ਤੇ ਖੁਸ਼ ਹੁੰਦੇ ਨੇ। ਮੰਗੋ ਕੀ ਮੰਗ ਦੇਖੋ, ਇਹਨਾਂ ਕੋਲ ਮੰਗਿਆ ਨਹੀਂ ਸੀ ਗਿਆ। ਪਤਨੀ ਨੂੰ ਜਾ ਕੇ ਪੁੱਛਿਆ, ਉਹ ਨਾਲ ਆਈ, ਉਹਨਾਂ ਨੇ ਪੁੱਤਰ ਦੀ ਦਾਤ ਮੰਗੀ ਸੀ। ਕਹਿਣ ਲੱਗੇ, ਸੰਗਤ ਦੀ ਸੇਵਾ ਬਦਲੇ ਗੁਰੂ ਨਾਨਕ ਸਾਹਿਬ ਤੇ ਕਰੋ, ਕੁਛ ਵੀ ਮੰਗ ਲਓ, ਸੋ ਕੁਝ ਹੀ ਮਿਲ ਜਾਣਾ ਹੈ। ਅਸੀਂ ਸੰਗਤ ਦੀ ਸੇਵਾ ਤੋਂ ਕਦੇ ਕੰਨੀ ਨਾ ਕਤਰਾਈਏ, ਰੁੱਖੀ ਸੁੱਖੀ ਹੋਵੇ, ਥੋੜ੍ਹੇ 'ਚੋਂ ਥੋੜ੍ਹੀ ਸੇਵਾ ਕਰੀਏ, ਬਹੁਤੀ 'ਚੋਂ ਬਹੁਤੀ ਕਰੀਏ। ਪਿਆਰੀ ਇੱਕ ਗੱਲ। ਦੂਜੀ ਗੱਲ, ਮਹਾਂਪੁਰਖਾਂ ਦੇ ਜੀਵਨ 'ਚੋਂ ਜਦੋਂ ਨਾ ਸੁਲਤਾਨਪੁਰ ਸਾਹਿਬ, ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 13 ਦੀ ਧੁਨੀ ਉਚਾਰਨ ਕੀਤੀ ਸੀ, ਵੱਟੇ ਸਨ, ਵੱਟੇ ਪਾਉਂਦੀ ਜ਼ੁਬਾਨ ਤੋਂ 1 2 3 ਜਦੋਂ ਮੋਦੀ ਖਾਨਾ ਕਰਦੇ ਸਨ, ਰੱਬ ਵੀ ਮੋਦੀ ਬਣ ਕੇ ਰਿਹਾ ਸੁਲਤਾਨਪੁਰ ਸਾਹਿਬ। ਕੈਸੀ ਨਿਰੰਕਾਰ ਦੀ ਖੇਡ ਏ। ਕੋਈ ਕਹਿੰਦਾ ਹੋਏਗਾ ਜਿਹੜਾ ਮੋਦੀ ਖਾਨੇ ਦਾ ਮੋਦੀ, ਧੰਨ ਗੁਰੂ ਨਾਨਕ ਸਾਹਿਬ ਇਹਦੇ ਵਿੱਚ ਖੁਦ ਨਿਰੰਕਾਰ ਵਰਤ ਰਹੇ ਨੇ। ਇਹਨੇ ਸਾਰੀ ਸ੍ਰਿਸ਼ਟੀ ਦੇ ਭਲੇ ਲਈ ਬਚਨ ਕਰਨੇ ਨੇ, ਯੁੱਗ ਪਲਟ ਜਾਣੇ ਹਨ। ਪਰ ਕੀ ਪਤਾ ਸੀ ਸੌਦਾ ਲੈਣ ਆਉਂਦੇ ਨੇ, 1 2 3 ਕਰਦਿਆਂ 13 ਦੀ ਜਿੱਥੇ ਧੁਨੀ ਲਗਾਈ ਜਾਂਦੀ ਹੈ, ਹਿਸਾਬ ਖੋਏ ਸਨ, ਵਾਧਾ ਨਿਕਲਿਆ ਸੀ। ਉੱਥੇ ਗਏ ਹੋਏ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ। ਜਦੋਂ ਗਏ ਸੀ ਉੱਥੇ, ਤਾਂ ਉੱਥੇ ਪਾਠ ਕਰਦਿਆਂ ਅਚਾਨਕ ਪਤਾ ਨਹੀਂ ਕੀ ਅੰਦਰ ਆਇਆ। ਕਹਿਣ ਲੱਗੇ, ਕਰਤਾਰ ਸਿਆਂ, ਅੱਜ ਆਪਾਂ ਉਸ ਜਗ੍ਹਾ 'ਤੇ ਬੈਠੇ ਹਾਂ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੰਗਤਾਂ ਦੀਆਂ ਝੋਲੀਆਂ ਬਖਸ਼ਾਂ ਨਾਲ ਭਰੀਆਂ ਸਨ। ਜਿਹੜਾ ਵੀ ਆਉਂਦਾ ਸੀ ਹਿਸਾਬ ਹੀ ਨਹੀਂ ਸਨ ਕਰਦੇ, ਲੇਖੇ ਜੋਖੇ ਤੋਂ ਬਗੈਰ ਹੀ ਝੋਲੀਆਂ ਭਰਦੇ ਸਨ। ਇਹ ਨਹੀਂ ਵੇਖਿਆ ਵੀ ਕੋਈ ਗਰੀਬ ਹੈ ਕਿ ਅਮੀਰ ਹੈ, ਜਿਹਨੇ ਹੱਥ ਅੱਡਿਆ ਬਸ ਉਹਦੀ ਝੋਲੀ ਭਰ ਦਿੱਤੇ। ਕਰਤਾਰ ਸਿੰਘ ਦਾਸ, ਤੇਰੀਆਂ ਵੀ ਝੋਲੀਆਂ ਗੁਰੂ ਨਾਨਕ ਸਾਹਿਬ ਦੇ ਘਰੋਂ ਭਰਾ ਦਈਏ, ਮੰਗ ਕੀ ਮੰਗਦਾ ਹੈ। ਜਦੋਂ ਇਹੋ ਜਿਹਾ ਬਚਨ ਹੋ ਜਾਏ ਪਿਆਰਿਓ, ਜਿਹਦੇ ਪ੍ਰਤੀ ਹੋਵੇ, ਉਹਦਾ ਅੰਦਰ ਪਿਆਰ ਵਿੱਚ ਚਲਾ ਜਾਂਦਾ ਹੈ। ਉਹਦਾ ਉਦੋਂ ਦਿਮਾਗ ਮਨ ਨਹੀਂ ਵਰਤਦਾ, ਉੱਥੇ ਕੇਵਲ ਦਿਲ ਰਹਿ ਜਾਂਦਾ ਹੈ। ਸੋਚਾਂ ਮੁੱਕ ਜਾਂਦੀਆਂ ਨੇ, ਸ਼ੁਕਰਾਨਾ ਅੰਦਰ ਭਰ ਦਿੰਦਾ ਹੈ। ਹੱਥ ਜੁੜੇ ਹੋਏ ਤੇ ਮਹਾਂਪੁਰਖਾਂ ਦੇ ਚਰਨਾਂ ਵਾਲੀ ਸਿਰ ਝੁਕਿਆ ਰਿਹਾ। ਕਹਿਣ ਲੱਗੇ, ਕੁਛ ਨਹੀਂ ਬੋਲੇ ਤਾਂ
ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ, ਅਸੀਂ ਚਾਹੁੰਦੇ ਹਾਂ ਤੈਨੂੰ ਟਕਸਾਲ ਦੀ ਸੇਵਾ ਹੀ ਦੇ ਦਈਏ, ਗੁਰਬਾਣੀ ਦੀ ਸੰਥਿਆ ਦੇਣੀ, ਗੁਰਬਾਣੀ ਦੀ ਕਥਾ ਵਿਚਾਰ ਕਰਨੀ, ਅੰਮ੍ਰਿਤ ਸੰਚਾਰ ਕਰਨੇ। ਹੱਥ ਜੋੜੇ ਕਹਿਣ ਲੱਗੇ, ਮਹਾਂਪੁਰਖੋ ਮੈਂ ਇੱਕ ਸੇਵਾਦਾਰ, ਨਾ ਮੇਰਾ ਕੋਈ ਜਪ ਤਪ, ਨਾ ਮੇਰੇ ਕੋਲ ਕੋਈ ਭਜਨ ਬੰਦਗੀ, ਮੈਂ ਇਹਦੇ ਕਾਬਲ ਹੀ ਨਹੀਂ ਹਾਂ। ਕਹਿਣ ਲੱਗੇ, ਆਖਣ ਲੱਗੇ, ਅਗੋ ਚੁੱਪ ਕਰ ਜਾਈਦਾ, 7 ਬਚਨ ਕਹੀਦਾ, ਮੋੜੀ ਤਾਂ ਨਹੀਂ, ਪਰ ਸਾਧੂ ਤਰੁੱਠ ਪਿਆ ਸੀ, ਵੇਖ ਲਿਆ ਸੀ ਇਹਨਾਂ ਦੇ ਅੰਦਰ ਦੇ ਗੁਣ ਉਹਨਾਂ ਨੂੰ ਦਿਸਦੇ ਸਨ। ਪਿਆਰਿਓ, ਕਦੇ ਜਿਹੜੇ ਬਾਣੀ ਪੜ੍ਹਨ ਵਾਲੇ ਮੇਰੇ ਵੀਰ ਭੈਣ ਨੇ, ਉਹਨਾਂ ਨੂੰ ਪਤਾ ਹੈ ਜਦੋਂ ਸਤਿਗੁਰੂ ਜੀ ਦੱਖਣੀ ਓਅੰਕਾਰ ਵਿੱਚ ਬਚਨ ਕਰਦੇ ਨੇ, ਬੰਦਾ ਜਿੰਨਾ ਮਰਜ਼ੀ ਗੁਨਾਹਗਾਰ ਪਾਪੀ ਹੋਵੇ, ਲੋਕ ਕਹਿਣਗੇ ਉਹਦੇ 'ਚ ਨਿਰੇ ਔਗਣ ਨੇ, ਉਹ ਖੁਦ ਵੀ ਵੇਖੇਗਾ ਵੀ ਮੇਰੇ 'ਚ ਔਗਣ ਹੀ ਔਗਣ ਨੇ, ਗੁਣ ਕੋਈ ਨਹੀਂ। ਪਰ ਸਤਿਗੁਰੂ ਨੂੰ ਉਸ ਪਾਪਾਂ ਵਾਲੇ ਸਰੀਰ ਵਿੱਚੋਂ ਵੀ ਅਜੇ ਗੁਣ ਨਜ਼ਰ ਆਉਂਦੇ ਨੇ ਜਿਹੜੇ ਬਚੇ ਹੁੰਦੇ। ਸਾਧੂ ਨੂੰ ਪਤਾ ਹੁੰਦਾ ਉਹ ਗੁਣ ਅਜੇ ਬਚੇ, ਤਾਂ ਹੀ ਉਹ ਦੁਨੀਆ ਦੀ ਨਹੀਂ ਸੁਣਦਾ। ਉਸ ਜਿਹੜਾ ਦੱਬੇ ਕੋਈ ਗੁਣ ਨੂੰ ਜਗਾ ਕੇ ਕੇਵਲ ਉਹਦੇ ਔਗਣ ਨਹੀਂ ਮੇਟਦਾ, ਉਹਦੀ ਬਦੌਲਤ ਹਜ਼ਾਰਾਂ ਲੋਕਾਂ ਦੀ ਵੀ ਔਗਣ ਮਿਟਾ ਕੇ ਰੱਖ ਦਿੱਤੇ ਜਾਂਦੇ ਨੇ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਖੁਸ਼ੀ ਲਈ ਸੇਵਾ ਕਰ ਕਰਕੇ, ਗੁਰਬਾਣੀ ਸੁਣਾ ਕੇ, ਹੁਕਮ ਦੀ ਪਾਲਣਾ ਕਰ ਕਰਕੇ ਜਦੋਂ ਪਟਨਾ ਸਾਹਿਬ ਗਏ, ਤੇ ਪਟਨਾ ਸਾਹਿਬ ਦੀ ਘਟਨਾ ਜਿੱਥੇ ਜਾ ਕੇ ਗੁਰੂ ਕੇ ਪਿਆਰਿਓ ਮਹਾਂਪੁਰਖਾਂ ਨੇ, ਕਿਉਂਕਿ ਸਰੀਰ ਕੁਛ ਹੁਣ ਵਡੇਰਾ ਹੋ ਚੁੱਕਾ ਸੀ, ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਰਾਜ ਜੀ ਦੀਆਂ ਪਰਿਕਰਮਾ ਬਾਂਹ ਪਕੜ ਕੇ ਕਰਵਾਇਆ ਕਰਦੇ। ਅੰਦਰ ਪਰਿਕਰਮਾ ਗੁਰੂ ਗ੍ਰੰਥ ਸਾਹਿਬ ਦੀਆਂ, ਫਿਰ ਬਾਹਰ ਅਸਥਾਨ ਦੀਆਂ ਪੂਰੇ ਦੀਆਂ। ਕਹਿਣ ਲੱਗੇ, ਕਰਤਾਰ ਸਿੰਘ ਅੱਜ ਤੁਸੀਂ ਨਹੀਂ, ਅੱਜ ਅਸੀਂ ਤੁਹਾਡੀਆਂ ਪਰਿਕਰਮਾ ਕਰਵਾਉਣੀਆਂ ਨੇ। 5 ਬਾਬਾ ਗੁਰਬਚਨ ਸਿੰਘ ਨੇ ਅੱਜ ਬਾਂਹ ਪਕੜੀ ਸੰਤ ਕਰਤਾਰ ਸਿੰਘ ਕੁਰਾਂ ਦੀ, ਕਹਿੰਦੇ ਪਿੱਛੇ ਆਓ। 5 ਪਰਿਕਰਮਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅੰਦਰ, 8 ਬਾਹਰੋਂ 13 ਪਰਿਕਰਮਾ ਕਰਵਾਈਆਂ ਨੇ। ਅਰਦਾਸ ਕੀਤੀ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਤੇਰਾ ਹੀ, ਤੇਰੇ ਦੀ ਤੈਨੂੰ ਲਾਜ ਏ। ਫਿਰ ਸਤਿਗੁਰਾਂ ਦੀ ਪ੍ਰਕਾਸ਼ ਪੁਰਬ ਸਨ, ਇਕੱਠ ਸੀ ਉਚੇਚਾ, ਪਰ ਇਹ ਇਕੱਠ ਵਿੱਚ ਮਹਾਂਪੁਰਖਾਂ ਨੇ ਬਚਨ ਕੀਤੇ ਸਨ ਵੀ ਅਸੀਂ ਇਸ ਟਕਸਾਲ ਦੀ ਸੇਵਾ ਕਰਤਾਰ ਸਿੰਘ ਜੀ ਨੂੰ ਦੇ ਰਹੇ ਹਾਂ। ਤੁਸੀਂ ਸਾਰੇ ਵੱਡੇ ਹੋ, ਪਰ ਤੁਸੀਂ ਇਹਨਾਂ ਦਾ ਸਾਥ ਦੇਣਾ, ਸਿੱਖੀ ਦਾ ਪ੍ਰਚਾਰ ਵਿੱਚ ਵਾਧਾ ਹੋਵੇ। ਅਸੀਂ ਇਹਨਾਂ ਨੂੰ ਇਹ ਸੇਵਾ ਦੇਣੇ ਹਾਂ। ਉਹ ਸੇਵਾ ਪ੍ਰਵਾਨ ਕਰਨੀ ਪਈ ਸੀ। ਬਾਬਾ ਬੂੜ ਸਿੰਘ ਖੁਰਾ ਨੇ ਹੁਕਮਨਾਮਾ ਲਿਆ ਸੀ। ਹੁਕਮਨਾਮਾ ਸੀ, ਹਾ ਪ੍ਰਭ ਰਾਖ ਲਿਓ, ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਕਿਉਂਕਿ ਬਾਬਾ ਬੂੜ ਸਿੰਘ ਸਾਹਿਬ ਜੀ ਨੂੰ ਮਾਲਕ ਨੇ ਦਿੱਤੀ ਸੀ ਮੱਤ, ਇਹੋ ਜਿਹੀ ਉਹਨਾਂ ਦਾ ਗੁਰਬਾਣੀ ਦਾ ਉਚਾਰਨ ਬੜਾ ਸ਼ੁੱਧ ਸੀ। ਬਾਬਾ ਬੂੜ ਸਿੰਘ ਸਾਹਿਬ ਜੀ ਸਾਡੇ ਵੀ ਉਸਤਾਦ ਸਨ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਥਿਆ ਉਹਨਾਂ ਕੋਲੋਂ ਹੀ ਲਈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਹੋਰਾਂ ਨੇ 10ਮ ਦੀ ਸੰਥਿਆ ਬਾਬਾ ਬੂੜ ਸਿੰਘ ਸਾਹਿਬ ਜੀ ਕੋਲੋਂ ਹੀ ਲਈ। ਮੈਂ ਬੇਨਤੀ ਕਰ ਰਿਹਾ ਸਾਂ ਵੀ ਜਦੋਂ ਇਸ ਤਰ੍ਹਾਂ ਉੱਥੇ ਇਹ ਸੇਵਾ ਮਿਲ ਗਈ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹ ਸਰੀਰ ਤਿਆਗ ਜਾਂਦੇ ਨੇ 1969 ਨੂੰ। ਜਦੋਂ ਸਰੀਰ ਤਿਆਗਣਾ ਸੀ ਉਹ ਮਹਿਤੇ ਤਿਆਗੇ। ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਸਾਂਝੀ ਕਰਨਾ ਚਾਹੁੰਦਾ ਵਾਂ। ਮਹਿਤਾ ਚੌਂਕ ਜਿਹੜੇ ਨੇ ਉਸ ਤੋਂ ਪਹਿਲਾਂ ਇਹ ਟਕਸਾਲ ਦਾ ਕੇਂਦਰੀ ਸਥਾਨ ਨਹੀਂ ਸੀ, ਪਿੰਡਰਾਂ ਸਨ। ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ, ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੂੰ ਸੇਵਾ ਮਿਲੀ, ਉਹ ਵੀ ਉੱਧਰ ਹੀ ਜਾਂਦੇ ਸਨ, ਪਰ ਪ੍ਰਚਾਰ ਲਈ ਇੱਥੇ ਆਉਂਦੇ ਸਨ। ਇੱਥੋਂ ਦੇ ਸਨ ਭਾਈ ਦਲੀਪ ਸਿੰਘ ਜੀ, ਉਹਨਾਂ ਨੂੰ ਸ਼ਾਹ ਜੀ ਕਹਿੰਦੇ ਸੀ ਸਤਿਕਾਰ ਨਾਲ, ਰੱਜੇ ਪੁੱਜੇ ਸਨ। ਨਾਮ ਬਾਣੀ ਵਿੱਚ ਬੜਾ ਉਹਨਾਂ ਦਾ ਪਿਆਰ, ਭਿੱਜੀ ਹੋਈ ਆਤਮਾ ਸਨ ਉਹ ਸ਼ਾਹ ਜੀ। ਅੱਜ ਵੀ ਸਾਰੇ ਸਿੰਘ ਸ਼ਾਹ ਜੀ ਕਰਕੇ ਉਹਨਾਂ ਨੂੰ ਯਾਦ ਕਰਦੇ ਨੇ। ਅੰਦਰੋਂ ਵੀ ਸੱਚੀ ਮੁੱਚੀ ਸ਼ਾਹ ਸਨ, ਬਾਹਰੋਂ ਤੇ ਖੈਣ ਹੀ ਖੈਣ ਸਨ। ਉਹਨਾਂ ਦਾ ਬੜਾ ਪਿਆਰ ਸੀ। ਕਰ ਉਹਨਾਂ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ ਬੇਨਤੀ ਕੀਤੀ, ਜੀ ਆਪ ਜੀ ਮਹਿਤੇ ਨਗਰ ਆਓ, ਉੱਥੇ ਚਰਨ ਪਾਓ, ਸਿੱਖੀ ਦਾ ਪ੍ਰਚਾਰ ਕਰੋ। ਉਹ ਕਹਿਣ ਲੱਗੇ, ਅਸੀਂ ਆਪ ਆਵਾਂਗੇ ਪਰ ਸਮਾਂ ਨਹੀਂ, ਅਸੀਂ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਭੇਜਾਂਗੇ, ਜੋ ਨਾ ਜਾਣਗੇ ਅਸੀਂ ਆਵਾਂਗੇ। ਹੁਕਮ ਹੋਇਆ 1934 ਵਿੱਚ
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਿਤੇ ਆਏ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪ੍ਰਾਰੰਭ ਕਰਕੇ ਭੋਗ ਹੀ ਇੱਥੇ ਪਾਇਆ। ਇੰਨਾ ਸਮਾਂ ਇੱਥੇ ਰਹੇ। ਭਾਈ ਦਲੀਪ ਸਿੰਘ ਜੀ ਸ਼ਾਹ ਤੇ ਪਰਿਵਾਰ ਵਿੱਚ ਬੜਾ ਹੀ ਪਿਆਰ ਸੀ ਅਤੇ ਆਲੇ ਦੁਆਲੇ 'ਚ ਉਹ ਬਾਣੀ ਪੜ੍ਹਦੇ ਰਹਿੰਦੇ। ਉਹਨਾਂ ਦਾ ਫੁਰਨਾ ਸੀ। ਉਹਨਾਂ ਨੇ ਫੁਰਨਾ ਕੀਤਾ ਅਤੇ ਉਹ ਸੰਤ ਗਿਆਨੀ ਕਰਤਾਰ ਸਿੰਘ ਨਾਲ ਸਾਂਝਾ ਵੀ ਕਰ ਲਿਆ। ਕਹਿਣ ਲੱਗੇ, ਕਰਤਾਰ ਸਿੰਘ ਜੀ ਤੁਸੀਂ ਸੇਵਾ ਵਿੱਚ ਹੋ, ਮੈਂ ਚਾਹੁੰਦਾ ਵਾਂ ਮਹਾਂਪੁਰਖਾਂ ਦਾ ਸਰੀਰ ਵਡੇਰਾ ਹੋ ਰਿਹਾ ਏ, ਸਰੀਰ ਤੇ ਛੱਡਣਾ ਹੀ ਹੈ ਹਰ ਕਿਸੇ ਨੇ, ਬਾਬਾ ਜੀ ਨੇ ਵੀ ਛੱਡ ਜਾਣਾ ਏ। ਮੇਰੀ ਇੱਛਾ ਹੈ ਤੁਸੀਂ ਆਖੋ ਵੀ ਇਹ ਸਰੀਰ ਮਹਿਤੇ ਆ ਕੇ ਛੱਡਣ। ਉਹ ਗੁੱਸੇ ਹੋਏ, ਕਹਿਣ ਲੱਗੇ ਭਾਵੇਂ ਸਰੀਰ ਛੱਡ ਜਾਣਾ ਹੈ, ਸਾਡੀ ਕੀ ਹਿੰਮਤ ਅਸੀਂ ਕਹੀਏ ਇਹ ਸਾਨੂੰ ਵਿਛੋੜਾ ਦੇ ਜਾਣ ਅਤੇ ਫਿਰ ਇੱਥੇ ਦੇਣ ਵਿਛੋੜਾ, ਗੱਲ ਸ਼ੋਭਤ ਹੀ ਨਹੀਂ ਹੈ। ਕਹਿੰਦੇ ਸਤ ਬਚਨ ਜੀ ਚੁੱਪ ਹੋ ਗਏ, ਪਰ ਅੰਦਰੋਂ ਅੰਦਰੀ ਉਹਨਾਂ ਦੇ ਅੰਦਰ ਇੱਕ ਚਾਅ ਸੀ ਵੀ ਦਮਦਮੀ ਟਕਸਾਲ ਦਾ ਇੱਥੇ ਕੇਂਦਰ ਬਣੇ, ਵੱਧ ਤੋਂ ਵੱਧ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਹੋਵੇ। ਪਰ ਜਦੋਂ ਕੋਈ ਅੰਦਰੋਂ ਚਾਹੁੰਦਾ ਹੈ ਅਤੇ ਸਤਿਗੁਰੂ ਸਬੱਬ ਬਣਾਉਂਦੇ ਨੇ ਤਾਂ ਉਹ ਸਬੱਬ ਬਣਿਆ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਖੁਰਾ ਨੇ ਸਰਦਾਰ ਭਾਨ ਸਿੰਘ ਦੇ ਗ੍ਰਹਿ ਇੱਥੇ ਹੀ ਸਰੀਰ ਤਿਆਗਿਆ ਸੀ। ਜਦੋਂ ਸਰੀਰ ਤਿਆਗਿਆ ਤਾਂ ਸ਼ਾਹ ਜੀ ਦੇ ਪਿਆਰਿਓ ਪਰਿਵਾਰ ਦੱਸਦਾ ਸੀ, ਉਹ ਕਹਿਣ ਲੱਗੇ ਇੰਝ ਕਰੋ, ਜਿੱਥੇ ਸੰਸਕਾਰ ਕੀਤਾ ਏ ਆਪਾਂ ਨੇ ਨਾ ਉਸ ਜਗ੍ਹਾ ਦੇ ਉੱਪਰ ਕੋਈ ਕੁੱਤਾ ਬਿੱਲਾ ਨਾ ਚੜ੍ਹੇ, ਉਹਨੂੰ ਸੰਭਾਲ ਕਰਨੀ ਏ। ਕਹਿਣ ਲੱਗੇ ਉੱਥੇ ਥੋੜ੍ਹੀ ਜਿਹੀ ਆਪਾਂ ਚਾਰ ਦੀਵਾਰੀ ਕਰੀਏ। ਕਹਿਣ ਲੱਗੇ ਬਾਕੀ ਸਿੰਘ ਵੀ ਉਹ ਕਿਸੇ ਦਾ ਘਰ ਏ, ਆਪਾਂ ਉੱਥੇ ਇਸ ਤਰ੍ਹਾਂ ਕਰਾਂਗੇ ਅਤੇ ਉਹ ਅਗਲਾ ਕਰਨ ਦੇਵੇਗਾ। ਕਹਿੰਦੇ ਪੁੱਛੀਏ। ਜਦੋਂ ਸਾਰਿਆਂ ਨੇ ਜਾ ਕੇ ਦੱਸਿਆ ਜੀ, ਉਹ ਕਹਿਣ ਲੱਗੇ ਕਿਉਂ ਨਹੀਂ, ਮੈਨੂੰ ਕਿਸੇ ਹੋਰ ਜਗ੍ਹਾ 'ਤੇ ਘਰ ਦੀ ਥਾਂ ਮਿਲ ਜਾਵੇ, ਮੈਂ ਸਾਰਾ ਘਰ ਹੀ ਦੇਣ ਨੂੰ ਤਿਆਰ ਹਾਂ, ਛੋਟੀ ਜਿਹੀ ਜਗ੍ਹਾ ਕੀ। ਤਾਂ ਉਸ ਤੋਂ ਬਾਅਦ ਜਦੋਂ ਸੰਤਾਂ ਨੇ ਸਰੀਰ ਤਿਆਗਿਆ, ਸੰਸਕਾਰ ਹੋਇਆ, ਆਪ ਜੀ ਨੂੰ ਪਤਾ ਸਰੀਰ ਇੱਥੇ ਤਿਆਗਿਆ। ਫਿਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਾ ਸਰੀਰ ਅੰਮ੍ਰਿਤਸਰ ਸਾਹਿਬ ਲੈ ਗਏ, ਉੱਥੇ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਵਾਏ। ਫਿਰ ਪਿੰਡਰੀ ਲੈ ਕੇ ਗਏ, ਪਿੰਡਰਾਂ ਤੋਂ ਫਿਰ ਕੀਰਤਪੁਰ ਸਾਹਿਬ ਪਤਾਲਪੁਰੀ ਉਹਨਾਂ ਦਾ ਹੁਕਮ ਸੀ ਵੀ ਉੱਥੇ ਸੰਸਕਾਰ ਕੀਤਾ ਜਾਵੇ। ਤਾਂ ਬਹੁਤ ਵੱਡਾ ਇਕੱਠ ਸੀ। ਉਹਨਾਂ ਤੋਂ ਬਾਅਦ ਫਿਰ ਇਹ ਸੇਵਾ ਮਹਿਤੇ ਵਾਲੇ ਸਾਰੇ ਇਕੱਠੇ ਹੋ ਕੇ ਗਏ। ਸੰਤ ਗਿਆਨੀ ਕਰਤਾਰ ਸਿੰਘ ਨੂੰ ਬੇਨਤੀ ਕੀਤੀ, ਜੀ ਤੁਸੀਂ ਮਹਿਤੇ ਅਸਥਾਨ ਦੀ ਸੇਵਾ ਗੁਰਦੁਆਰਾ ਸਾਹਿਬ ਦੀ ਆ ਕੇ ਕਰਵਾਓ ਅਤੇ ਸਿੱਖੀ ਪ੍ਰਚਾਰ ਦਾ ਕੇਂਦਰ ਇੱਧਰ ਬਣਾਓ। ਫਿਰ ਇੱਥੇ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਪਿਆਰਿਓ ਬਹੁਤ ਥੋੜ੍ਹਾ ਜਿਹਾ ਸਮਾਂ ਕਾਦਰ ਦੀ ਕੁਦਰਤ ਨੇ ਉਹਨਾਂ ਨੂੰ ਬਖਸ਼ਿਆ ਹੈ। ਇਵੇਂ 8 ਕੁ ਸਾਲ ਦਾ ਸਮਾਂ ਸੇਵਾ ਮਿਲੀ ਏ। ਪਰ ਜਦੋਂ ਸੇਵਾ ਮਿਲੀ ਏ ਅਤੇ ਇੰਨੇ ਚਾਵਾਂ ਨਾਲ ਇਹਨਾਂ ਨੂੰ ਨਿਭਾਈਏ। ਉਹ ਕਿਆ ਕਰਦੇ ਸਨ, ਸਿੰਘੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਮ ਪਿਤਾ ਦੇ ਘਰ ਸਾਡਾ ਜਨਮ ਹੋਵੇ ਅਤੇ ਅਸੀਂ ਰਾਤਾਂ ਸੌਂ ਕੇ ਲੰਘਾਈਏ, ਸ਼ੋਭਤਾ ਨਹੀਂ ਹੈ। ਕਹਿੰਦੇ ਵੱਧ ਤੋਂ ਵੱਧ ਇਹਨੂੰ ਬਾਣੀ ਪੜ੍ਹਨ 'ਤੇ, ਜੀਵਨ ਉੱਚਾ ਚੁੱਕਣ 'ਤੇ ਦੂਸਰਿਆਂ ਦੇ ਜੀਵਨ ਨੂੰ ਸੁਧਾਰਨ ਲਈ ਲਾ ਦਿਓ। ਦਿਨ ਰਾਤ ਇੱਕ ਕਰ ਦਿਓ, ਭਾਵੇਂ ਜਿੰਨੇ ਮਰਜ਼ੀ ਗੁਰੂ ਕੇ ਪਿਆਰਿਓ ਉਹ ਥੱਕੇ ਟੁੱਟੇ ਹੋਣ, ਕਦੇ ਪਰਵਾਹ ਨਹੀਂ ਸਨ ਕਰਦੇ। ਉਹਨਾਂ ਦੇ ਅੰਦਰ ਇੱਕੋ ਚਾਅ ਸੀ ਅਤੇ ਪਿੱਛੇ ਕੇਵਲ ਅਤੇ ਕੇਵਲ ਸੀ ਭਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਲੈਣੀ ਹੈ। ਜੇ ਸੇਵਾ ਮਿਲੀਏ ਅਤੇ ਸੇਵਾ ਪੂਰੇ ਚਾਵਾਂ ਨਾਲ ਕਰਨੀ ਹੈ। ਨਾਲੇ ਵਿਦਿਆਰਥੀਆਂ ਨੂੰ ਪੜ੍ਹਾਉਣਾ। ਜਦੋਂ ਕਥਾ ਕਰਦੇ ਸੀ, ਟਕਸਾਲ ਦਾ ਢੰਗ ਰਿਹਾ ਏ, ਮਹਾਰਾਜ ਜੀ ਦੀ ਤਾਬਿਆ ਨਾਲ ਸਿੰਘ ਇੱਕ ਪਾਠ ਕਰਦਾ, ਜਿਵੇਂ ਹੁਣ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਆਪ ਸੁਣਦੇ ਹੋ, ਪਾਠੀ ਸਿੰਘ ਪਾਠ ਕਰਦੇ ਅਤੇ ਕਥਾ ਵਾਲੇ ਨਾਲ ਬੈਠ ਕੇ ਕਥਾ ਕਰਦੇ। ਇਸੇ ਤਰ੍ਹਾਂ ਸੰਤ ਕਰਦੇ, ਪਰ ਸਾਹਮਣੇ ਜਿੱਥੋਂ ਮਹਾਰਾਜ ਜੀ ਨੂੰ ਸੰਗਤਾਂ ਨਮਸਕਾਰ ਕਰਦੀਆਂ ਨੇ, ਉੱਥੇ ਵਿਚਾਲੇ ਸੁੱਚਾ ਕੱਪੜਾ ਚਾਦਰਾਂ ਵਿਛਾ ਕੇ, ਚਾਦਰਾਂ 'ਤੇ ਰੇਲਾਂ 'ਤੇ ਪੋਥੀਆਂ ਪ੍ਰਕਾਸ਼ ਹੁੰਦੀਆਂ, ਦੋਨੋਂ ਪਾਸੇ ਸੱਜੇ ਖੱਬੇ ਸੰਗਤ ਵੱਲ, ਉਹਨਾਂ ਦੇ ਕੰਡਾਂ 'ਤੇ ਸਾਹਮਣੇ ਵੱਲ ਮੂੰਹ ਹੁੰਦੇ ਪੋਥੀਆਂ ਵੱਲ। ਮਹਾਂਪੁਰਸ਼ ਕਥਾ ਕਰਦੇ, ਜਿਨ੍ਹਾਂ ਸ਼ਬਦਾਂ ਦੀ ਸਿੰਘ ਪੋਥੀਆਂ ਖੋਲ੍ਹ ਕੇ ਨਾਲ ਗੁਰਬਾਣੀ ਦੇ ਦਰਸ਼ਨ ਕਰਦੇ ਪਏ ਦੇ ਕੀ ਅਰਥ ਨੇ। ਜਿੰਨੇ ਵੀ ਵਿਦਿਆਰਥੀ ਸਨ ਉਹਨਾਂ ਨੇ ਪੋਥੀਆਂ ਖੋਲ੍ਹਣੀਆਂ ਅਤੇ ਸੰਗਤ ਨੇ ਆਲੇ ਦੁਆਲੇ ਜਿਵੇਂ ਬੈਠਦੀ ਉਸੇ ਤਰ੍ਹਾਂ ਬੈਠਣਾ ਅਤੇ ਮਹਾਰਾਜ ਜੀ ਦੇ ਦਰਸ਼ਨ ਪਿੱਛੋਂ ਹੀ ਕਰ ਲੈਣੇ, ਜਿੱਥੋਂ ਪੋਥੀਆਂ ਸਾਹਿਬਾਨ ਦਾ ਸ਼ੁਰੂਆਤ ਹੁੰਦੀ ਏ। ਨਾਲੇ ਨਾਲੇ ਵਿੱਦਿਆ ਪੜ੍ਹਾਉਂਦੇ ਸੀ। ਉਹ ਕਥਾਵਾਚਕ ਵੀ ਤਿਆਰ ਹੋ ਜਾਣੇ, ਸੰਗਤ ਵਿੱਚ ਜਿਹੜੇ ਬਚਨ ਕਰਨੇ, ਸੰਗਤ ਦਾ ਵੀ ਭਲਾ, ਅੰਮ੍ਰਿਤ ਸੰਚਾਰ ਹੋਣੇ। ਇਹ ਢੰਗ ਸੀ।
ਪਰ ਨਾਲ ਸਤਿਕਾਰ ਕਰਨਾ ਸਿਖਾਉਂਦੇ ਸੀ। ਗੁਰਾਂ ਦਲਬੀਰ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਮੈਂ ਗ੍ਰੰਥ ਸਾਹਿਬ ਦਾ ਸੁਖ ਆਸਣ ਕਰ ਆਇਆ ਵਾਂ। ਉਹ ਕਹਿਣ ਲੱਗੇ, ਤੂੰ ਗ੍ਰੰਥ ਸਾਹਿਬ ਕਿਵੇਂ ਕਹਿ ਦਿੱਤਾ? ਕੋਈ ਗ੍ਰੰਥ ਹੈ? ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਆਏ ਅਤੇ ਉਹਨਾਂ ਨੂੰ ਕਹਿਣ ਲੱਗੇ, ਇਹਨਾਂ ਨੂੰ ਤਨਖਾਹ ਲਾਓ, 101 ਜਪਜੀ ਸਾਹਿਬ ਦੇ ਪਾਠ ਕਰ ਅਤੇ ਮੁੜ ਕੇ ਕਦੇ ਵੀ ਇਹੋ ਜਿਹਾ ਬਚਨ ਆਪਣੀ ਜ਼ੁਬਾਨ ਤੋਂ ਨਹੀਂ ਕਰਨਾ ਹੈ। ਸਤਿਕਾਰ ਸਿਖਾਉਂਦੇ ਸੀ। ਜਿਹੜਾ ਸਿੰਘ ਬਾਣੀ ਪੜ੍ਹਦਾ ਹੋਵੇ, ਅੱਜ ਤੱਕ ਵੀ ਉਹ ਪਰੰਪਰਾ ਹੈ, ਉਹਨੂੰ ਸਰਹੰਦੀ ਬਿਠਾਉਣਾ ਅਤੇ ਆਪ ਪੁਆਂਦੀ ਪੈਰਾਂ ਵਾਲੇ ਪਾਸੇ ਬਹਿਣਾ, ਜਾਂ ਉਹਨੂੰ ਉੱਚਾ ਬਿਠਾਉਣਾ ਜਿਹਦੇ ਕੋਈ ਬਾਣੀ ਪੜ੍ਹ ਰਿਹਾ ਜਾਂ ਕੋਈ ਲਿਖ ਰਿਹਾ ਹੈ ਜਾਂ ਜਿਹਦੇ ਹੱਥ ਵਿੱਚ ਕੋਈ ਗੁਟਕਾ ਹੈ, ਆਪ ਨੀਵੇਂ ਖੋਣਾ। ਇਹ ਜਾਚਾਂ ਸਿਖਾਈਆਂ ਜਾਂਦੀਆਂ ਸਨ ਅਤੇ ਪਿਆਰਿਓ, ਕਿਉਂਕਿ ਤਾਂ ਕਿ ਜੇ ਆਪ ਕਰਨ ਅਤੇ ਦੂਸਰੇ ਨੂੰ ਇੱਕ ਵਾਰ ਨਾ, ਉਹਨਾਂ ਦੇ ਕੰਨ ਬੜੇ ਸੁੱਜੇ ਹੋਏ ਸਨ। ਮਾਤਾ ਦਲੀਪ ਕੌਰ ਜੀ ਪੁੱਛਣ ਲੱਗੀ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਰਾਂ ਨੂੰ, ਸੰਤ ਜੀ ਤੁਹਾਡੇ ਕੰਨਾਂ ਨੂੰ ਕਿਉਂ ਅੱਜ ਕੰਨ ਬੜੇ ਸੁੱਜੇ ਪਏ ਨੇ, ਲਾਲ ਹੋਏ ਨੇ? ਕਹਿਣ ਲੱਗੇ, ਅੱਜ ਰਾਤੀ ਮੈਂ ਕੰਨ ਬੜੇ ਪੁੱਟੇ ਨੇ। ਕਿਹਦੇ ਪੁੱਟੇ ਨਹੀਂ? ਆਪਣੇ ਪੁੱਟੇ ਨੇ। ਕਿਉਂ? ਕਹਿਣ ਲੱਗੇ, ਅੰਦਰ ਹੁੰਦਾ ਸੀ, ਮਨਾਂ ਵੇਖੀ ਅਚੇਤ ਮਨ ਵੱਲ ਵੀ ਕੋਈ ਗਲਤੀ ਨਾ ਹੋ ਜਾਵੇ। ਕੰਨ ਪੁੱਟਦਿਆਂ ਰਿਹਾ ਵੀ ਕੋਈ ਫੁਰਨਾ ਮਾੜਾ ਚੰਗਾ ਆਉਂਦਾ ਹੈ ਅਤੇ ਤੇਰੇ ਅੰਦਰ ਆ ਕਿਵੇਂ ਗਿਆ? ਉਹ ਹੁੰਦੀ ਸਿੱਖਿਆ ਦੂਸਰੇ ਵਾਸਤੇ। ਸਤਿਗੁਰੂ ਕੇ ਪਿਆਰੇ ਹਮੇਸ਼ਾ ਆਪਣੇ 'ਤੇ ਗੱਲ ਉਹ ਲਾ ਲੈਂਦੇ ਨੇ, ਕਿਸੇ ਦੂਸਰੇ ਨੂੰ ਉਹ ਨਹੀਂ ਕਿਹਾ ਕਰਦੇ, ਉਹ ਆਪਣੇ 'ਤੇ ਗੱਲ ਲੈਂਦੇ ਹਨ। ਪਰ ਉਸ ਤਰ੍ਹਾਂ ਗੁਰੂ ਕੇ ਪਿਆਰੇ ਇੱਕ ਬੇਨਤੀ ਕਰਾਂ, ਜਿੱਥੇ ਸਿੱਖੀ ਪ੍ਰਚਾਰ ਨਾਲ ਸੰਗਤਾਂ ਵਿੱਚ ਬੜਾ ਉਤਸ਼ਾਹ ਬਣਦਾ ਸੀ ਉਹਨਾਂ ਦਾ ਪ੍ਰਚਾਰ ਸੁਣ ਕੇ। ਬਾਬਾ ਬੁੱਢਾ ਸਾਹਿਬ ਦੀ ਬੀੜ, ਬਾਬਾ ਖੜਕ ਸਿੰਘ ਸਾਹਿਬ ਜੀ ਦੇ ਜਿਹੜਾ ਬਹੁਤ ਵੱਡਾ ਪਿਆਰਿਓ ਹਾਲ ਬਣਾਇਆ ਹੈ, ਇਸ ਹਾਲ ਨੂੰ ਦੁਨੀਆ ਦੂਰੋਂ ਦੂਰੋਂ ਵੇਖਣ ਆਉਂਦੀ, ਕਿਉਂਕਿ ਸਤਿਗੁਰੂ ਆਪ ਹੀ ਵਰਤਦੇ ਨੇ। ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ। ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਕੌਤਕ, ਉਹਨਾਂ ਦੀਆਂ ਕਮਾਈਆਂ ਦੇਖ ਕੇ ਕਿਆ ਕਰਦੇ ਸਨ ਸੰਤ ਕਰਤਾਰ ਸਿੰਘ ਜੀ ਸਿੰਘੋ, ਕਾਰ ਸੇਵਾ ਵਾਲਿਆਂ ਸਤਿਪੁਰਸ਼ਾਂ ਦਾ ਕਦੇ ਬਚਨ ਨਾ ਮੋੜਿਆ ਜੇ। ਇਹਨਾਂ ਨੇ ਇਹਨੇ ਵੇਖਿਆ ਜੇ ਕੇਵਲ ਟੋਕਰੀ ਚੁੱਕਦੇ ਨੇ, ਇਹਨਾਂ ਕੋਲ ਨਾਮ ਦਾ ਭੰਡਾਰ ਵੀ ਬੜਾ ਹੁੰਦਾ ਜੇ ਅਤੇ ਸੇਵਾ ਦਾ ਧਨ ਵੀ ਬਹੁਤ ਹੁੰਦਾ। ਬਹੁਤ ਵਧੇਰੇ ਸਤਿਕਾਰ ਕਰਿਆ ਕਰਦੇ ਸਨ। ਜਦੋਂ ਨਾ ਗੁਰੂ ਰਾਮਦਾਸ ਸਾਹਿਬ ਲੰਗਰ ਦੀ ਨੀਂਹ ਪੱਥਰ ਰੱਖਿਆ ਤਾਂ ਉਦੋਂ ਉੱਥੇ ਲੰਗਰ ਦੀ ਸੇਵਾ ਬਾਬਾ ਖੜਕ ਸਿੰਘ ਉਰਾ ਜੀ ਨੇ ਕੀਤੀ। ਸੰਤ ਕਰਤਾਰ ਸਿੰਘ ਸਾਹਿਬ ਸ਼ਾਕਰੇ ਸੰਜੇ ਹਰਮੋਹਨ ਸਿੰਘ ਬੈਠੇ ਸਨ। ਬਾਬਾ ਖੜਕ ਸਿੰਘ ਸਾਹਿਬ ਦਾ ਸੁਭਾਅ ਸੀ ਆਪਣੇ ਢੰਗ ਦਾ ਹੀ, ਉਹ ਕਿਸੇ ਦੀ ਪਰਵਾਹ ਨਹੀਂ ਸਨ ਕਰਦੇ। ਜੋ ਬਚਨ ਕਹਿਣਾ ਉਹ ਕਹਿ ਦੇਣਾ ਹੈ, ਭਾਵੇਂ ਅਗਲੇ ਨੂੰ ਬੁਰਾ ਲੱਗੇ ਜਾਂ ਚੰਗਾ ਲੱਗੇ, ਪਰ ਭਲਾ ਹੁੰਦਾ ਸੀ। ਉਹਨਾਂ ਨੇ ਜਥੇਦਾਰ ਮੋਹਨ ਸਿੰਘ ਖੁਰਾ ਨੂੰ ਕੁਝ ਕਿਹਾ, ਨਾਲੇ ਪਿਆਰ ਨਾਲ ਹੱਥ ਦਾ ਘਸੁੰਨ ਵੀ ਮਾਰਿਆ। ਭਈ ਕੋਈ ਜ਼ਮੀਨ ਸੀ ਕਿਸੇ ਦੀ, ਪਹਿਲਾਂ ਉਹਨੂੰ ਦੇ। ਉਹਨੇ ਕਿਹਾ, ਮਹਾਂਪੁਰਖੋ ਇੱਕ ਪਾਸੇ ਮਾਰਿਆ ਜੇ ਦੂਜੇ ਪਾਸੇ ਵੀ ਮਾਰੋ ਤਾਂ ਕਿ ਕੋਈ ਔਗਣ ਨਾ ਰਹਿ ਜਾਵੇ। ਉਹਨੇ ਜੋ ਬਚਨ ਕਿਹਾ ਸੀ, ਕਮਾਇਆ ਸੀ। ਬਾਬਾ ਖੜਕ ਸਿੰਘ ਉਹਨਾਂ ਨੇ ਕੋਈ ਕੰਮ ਵੱਲ ਇਸ਼ਾਰਾ ਕੀਤਾ ਸੀ ਅਤੇ ਬਾਬਾ ਕਰਤਾਰ ਸਿੰਘ ਦੂਜੇ ਪਾਸੇ ਬੈਠੇ। ਉਹ ਕਹਿਣ ਲੱਗੇ, ਬਾਬਾ ਜੀ ਇੱਕ ਕਿਰਪਾ ਕਰੋ, ਮੈਨੂੰ ਵੀ ਇੱਕ ਘਸੁੰਨ ਮਾਰੋ। ਤੁਹਾਡੇ ਘਸੁੰਨ ਮਾਰਨ ਵਿੱਚ ਹੀ ਕੋਈ ਨਾ ਕੋਈ ਬਰਕਤਾਂ ਨੇ। ਏਡਾ ਵੱਡਾ ਜਥੇਦਾਰ ਹੋਵੇ ਅਤੇ ਹੱਸ ਕੇ ਖਾ ਕੇ ਕਵੇ ਵੀ ਦੂਜੇ ਪਾਸੇ ਵੀ ਮਾਰੋ, ਕਿਰਪਾ ਕਰੋ। ਕਹਿਣ ਲੱਗੇ, ਜਾ ਓਏ ਜਾ। ਜਿਵੇਂ ਉਹਨਾਂ ਦਾ ਸੁਭਾਅ ਸੀ। ਕਹਿਣ ਲੱਗੇ, ਚੋਰਾਂ ਵਾਲੇ ਭੂਰੇ, ਸੰਤਾਂ ਵਾਲੇ ਭੂਰੇ ਬਣ ਗਏ, ਹੋਰ ਕੀ ਚਾਹੀਦਾ? ਭੂਰੇ ਪਿੰਡ ਦੀ ਗੱਲ ਕਰਦੇ ਸਨ, ਭੂਰਿਆਂ ਦੇ ਸੀ ਨਾ ਬਾਬਾ ਜੀ। ਤੋਂ ਗੱਲ ਕਰ ਰਹੇ ਸਨ ਬਾਬਾ ਖੜਕ ਸਿੰਘ ਸਾਹਿਬ ਜੀ ਦੇ। ਉਸ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਬਾਬਾ ਖੜਕ ਸਿੰਘ ਸਾਹਿਬ ਉੱਤੇ ਸੇਵਾ ਕਰਵਾਉਂਦੇ ਸੀ। ਤਾਂ ਉਸ ਸਥਾਨ 'ਤੇ ਬਹੁਤ ਵੱਡਾ ਇਕੱਠ ਹੋਇਆ, ਲੱਖਾਂ ਦੀ ਤਾਦਾਦ ਅੰਦਰ। ਸੰਤ ਗਿਆਨੀ ਕਰਤਾਰ ਸਿੰਘ ਜੀ ਹੋਰਾਂ ਦੀ ਜ਼ੁਬਾਨ 'ਤੇ ਜੋ ਸਤਿਗੁਰੂ ਜੀ ਨੇ ਪਿਆਰ ਅਤੇ ਉਹਨਾਂ ਦੀ ਕਥਾ, ਉਹਨਾਂ ਦੀ ਤਕਰੀਰਾਂ, ਲੈਕਚਰਾਂ ਵਿੱਚ ਜਿਹੜੇ ਪਿਆਰ ਭਰੇ ਜਜ਼ਬਾਤ ਭਰੇ ਜਾਂਦੇ ਸਨ, ਉਹ ਬੜੇ ਅਜੀਬ ਕਿਸਮ ਦੇ ਸੀ। ਜਿਹੜਾ ਸੁਣਦਾ ਸੀ ਇੱਕਦਮ ਉਹਦੇ ਜਜ਼ਬਾਤ ਭੜਕਦੇ ਸਨ। ਮਹਾਰਾਜ ਜੀ ਲਈ ਪਿਆਰ ਦੀਆਂ ਤਰੰਗਾਂ ਉੱਠ ਖਲੋਂਦੀਆਂ ਸੀ। ਉਦੋਂ ਮਹਾਂਪੁਰਖਾਂ ਨੇ ਇਹੋ ਜਿਹੇ ਢੰਗ ਨਾਲ ਉਪਦੇਸ਼ ਕੀਤਾ, ਮਹਾਰਾਜ ਜੀ ਦੇ ਬਚਨ ਵਿਚਾਰੇ ਅਤੇ ਸਮਝਾਏ। 5000 ਪ੍ਰਾਣੀਆਂ ਨੇ ਪ੍ਰਣ ਕੀਤਾ ਸੀ, ਕੇਸ ਰੱਖਾਂਗੇ, ਅੰਮ੍ਰਿਤ ਛਕਾਂਗੇ, ਨਸ਼ੇ ਤਿਆਗਾਂਗੇ। ਇਹ ਸਾਰਾ ਕੁਝ ਉੱਥੋਂ ਕਰਵਾਇਆ 5000 ਪ੍ਰਾਣੀਆਂ ਨੇ। ਅਤੇ ਸੁਭਾਵਕ ਖੇਡ ਰੱਬ ਦੀ ਕੀ ਬਣੀ। ਆਪਾਂ ਉਦੋਂ ਜ਼ਿਕਰ ਕੀਤਾ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ।
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਦੋਂ ਬਾਬਾ ਬੁੱਢਾ ਸਾਹਿਬ ਦੀ ਬੀੜ ਗਏ, ਉੱਥੇ ਬੜਾ ਇਕੱਠ ਜਦੋਂ ਇਹ ਸੇਵਾ ਵਿੱਚ ਆਏ ਨੇ। ਉਹਨਾਂ ਦਿਨਾਂ 'ਚ ਨੌਜਵਾਨਾਂ 'ਚ ਬੜਾ ਚਾਅ ਸੀ ਵੀ ਸੰਤਾਂ ਦੇ ਮੂੰਹ ਤੋਂ ਬਚਨ ਸੁਣੇ ਜਾਣ। ਬੜਾ ਜਜ਼ਬਾਤ ਸਨ, ਪਿਆਰ ਸੀ। ਉਹ ਕਿਸੇ ਨੇ ਕਹਿ ਦਿੱਤਾ ਜੇ ਸੰਤ ਪੰਜਾਂ ਪਿਆਰਿਆਂ 'ਚ ਲੱਗਣ ਤੇ ਅਸੀਂ ਅੰਮ੍ਰਿਤ ਛਕ ਲਾਂਗੇ। ਸੰਤ ਕਹਿੰਦੇ ਪੰਜਾਂ 'ਚ ਸਤਿਗੁਰੂ ਵਰਤਦੇ ਨੇ, ਕੋਈ ਵੀ ਤਿਆਰ ਪਰ ਤਿਆਰ ਸਿੰਘ ਲੱਗੇ, ਕਿਸੇ ਆਦਮੀ ਦੀ ਗੱਲ ਨਹੀਂ। ਪਰ ਜੇ ਸਾਡੇ ਸੇਵਾ ਵਿੱਚ ਲੱਗਣ ਨਾਲ ਕੋਈ ਅੰਮ੍ਰਿਤ ਛਕਦਾ ਸੀ ਖਾਜਾ ਤਾਂ ਉਦੋਂ 3000 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਸੀ। ਗੱਲ ਕਰ ਰਹੇ ਸਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਖੁਰਾਨ ਦੀ। ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ, ਦੂਜੇ ਪਾਸੇ ਉਦੋਂ ਹੀ ਨਕਲੀ ਨਿਰੰਕਾਰੀ ਪੈਦਾ ਹੋ ਗਏ। ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਵਰਤੋਂ ਆਪਣੇ ਲਈ ਕਰਨੀ, ਦੇ ਧਾਰੀ ਗੁਰੂ ਦੀ ਪਰੰਪਰਾ ਸ਼ੁਰੂ ਕੀਤੀ। ਭੋਲੇ ਭਾਲੇ ਲੋਕ ਜਿਹੜੇ ਸਨ ਉਹ ਸਾਰੇ ਮਹਾਰਾਜ ਜੀ ਨੂੰ ਛੱਡ ਕੇ ਉੱਧਰ ਤੁਰ ਪਏ। ਫਿਰ ਮਹਾਂਪੁਰਸ਼ਾਂ ਨੇ ਉੱਧਰ ਧਿਆਨ ਦਿੱਤਾ। ਜਗ੍ਹਾ ਜਗ੍ਹਾ 'ਤੇ ਸੰਗਤਾਂ ਨੂੰ ਜਾਣੂ ਕਰਵਾਉਣਾ ਵੀ ਸਾਡੇ ਸਤਿਗੁਰੂ ਦੇ ਧਾਰੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੇਹਾਂ ਪੰਜ ਪਿਆਰਿਆਂ ਦੀਆਂ ਵਰਤੀਆਂ ਜਾਂਦੀਆਂ। ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਏ, ਅਸੀਂ ਅਕਾਲ ਦੇ ਪੁਜਾਰੀ ਹਾਂ। ਵਿਰੋਧ ਵੀ ਖੋਇਆ। ਸਿੰਘਾਂ ਨੇ ਵੀ ਕਈ ਵਾਰ ਕਹਿਣਾ ਸੰਤਾਂ ਨੂੰ, ਸੰਜੀ ਤੁਸੀਂ ਤੇ ਨਕਲੀ ਨਿਰੰਕਾਰੀ ਦੇ ਮਗਰ ਹੱਥ ਧੋ ਕੇ ਹੀ ਪੈ ਗਏ ਹੋ, ਹਕੂਮਤ ਦੇ ਮਗਰ ਪੈ ਜਾਂਦੇ ਹੋ, ਸਰਕਾਰ ਨੂੰ ਖਰੀਆਂ ਸੁਣਾਉਂਦੇ ਹੋ। ਕਹਿਣ ਲੱਗੇ ਕੀ ਕਰੀਏ, ਹਾਲਾਤ ਹੀ ਬਣ ਰਹੇ ਨੇ, ਸਤਿਗੁਰਾਂ ਦਾ ਨਿਰਾਦਰ ਨਹੀਂ ਵੇਖਿਆ ਜਾਂਦਾ। ਇੱਕ ਵਾਰ ਨਾ ਪਿਆਰਿਓ, ਦਿੱਲੀ ਵਿਖੇ ਬਹੁਤ ਵੱਡਾ ਇਕੱਠ ਸੀਗਾ, ਕਿਉਂਕਿ ਆਪ ਜੀ ਨੂੰ ਪਤਾ ਜਿਵੇਂ ਹੁਣ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 400 ਸਾਲਾ ਅਗਲੇ ਸਾਲ ਆ ਰਿਹਾ ਏ। ਇਸੇ ਤਰ੍ਹਾਂ ਉਦੋਂ ਸ਼ਤਾਬਦੀ ਸੀ ਜੀ 1975 ਦੀ ਗੱਲ ਕਰ ਰਿਹਾ ਵਾਂ, ਕਿਉਂਕਿ ਗੁਰੂ ਕੇ ਪਿਆਰਿਓ 1675 ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜਾਮ ਪੀਂਦੇ ਨੇ। 1775 1 1875 2 1975 ਨੂੰ ਤੀਜੀ ਸ਼ਤਾਬਦੀ ਸੀ। ਕੌਮ ਨੇ ਬੜੀ ਧੂਮ-ਧਾਮ ਨਾਲ ਮਨਾਈ, ਵੱਖ-ਵੱਖ ਢੰਗ ਅਪਣਾਏ ਸਨ। ਮੈਨੂੰ ਯਾਦ ਏ ਛੋਟੇ ਸਾਂ, ਉਹਦੇ ਹੁਕਮ ਆਇਆ ਵੀ ਅੱਜ ਸਾਰੀ ਸੰਗਤ ਮੰਜਿਆਂ 'ਤੇ ਨਾ ਸਵੇਂ, ਜ਼ਮੀਨ ਤੋਂ ਸਵੋਂ ਇੱਕ ਦਿਨ ਇੱਕ ਰਾਤ। ਇਹ ਚੇਤਾ ਕਰੋ ਸਤਿਗੁਰੂ ਜੀ ਵੱਲ ਧਿਆਨ ਜਾਵੇ। ਇਹ ਚੀਜ਼ਾਂ ਹੁੰਦੀਆਂ ਨੇ ਜਗਾਉਣ ਲਈ, ਉੱਧਰ ਧਿਆਨ ਕਰਾਉਣ ਲਈ। ਕੋਈ ਨਾ ਭਰਮ ਕਰੇ ਮੰਜੇ 'ਤੇ ਕੀ ਗੱਲ, ਤੇ ਥੱਲੇ ਜਗਾਣਾ ਹੁੰਦਾ ਵੀ ਪਾਠ ਕਰੋ ਅਤੇ ਧਿਆਨ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੂੰ ਲਿਆਓ। ਵੱਖ ਵੱਖ ਜਗ੍ਹਾ 'ਤੇ ਨਗਰ ਕੀਰਤਨ ਸਨ। ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਨੇ ਵੀ 37 ਜਲੂਸ ਕੱਢੇ ਸਨ। ਪਿਆਰਿਓ, ਕੌਮ ਨੂੰ ਜਗਾਇਆ ਵੀ ਸੀ। ਉਦੋਂ ਐਮਰਜੈਂਸੀ ਵੀ ਲੱਗੀ, ਉਹਦਾ ਵੀ ਵਿਰੋਧ ਕੀਤਾ ਸੀ ਵੀ ਧੱਕੇ ਨਾਲ ਇਹ ਲੋਕਾਂ ਦੀ ਨਸਲਬੰਦੀ ਕੀਤੀ ਜਾ ਰਹੀ ਹੈ, ਸੁਨਨਤ ਦੀ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਹੈ। ਅਤੇ ਜਦੋਂ ਉੱਥੇ ਦਿੱਲੀ ਵਿਖੇ ਗਏ ਤਾਂ ਬਹੁਤ ਵੱਡਾ ਇਕੱਠ ਸੀ। ਸੰਤਾਪ 'ਚ ਬੈਠੇ ਨੇ ਬੜੇ ਬੜੇ ਵੱਡੇ ਲੀਡਰ ਬੈਠੇ ਨੇ ਉੱਥੇ, ਆਗੂ ਰਾਜਨੀਤਕ। ਜਦੋਂ ਉੱਥੋਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪਹੁੰਚੀ, ਸਾਰੇ ਰਾਜਨੀਤਿਕ ਆਗੂ ਖੜ੍ਹੇ ਹੋ ਕੇ ਉਹਨਾਂ ਨੇ ਜੀ ਆਇਆਂ ਕਿਹਾ ਮਹਾਰਾਜ ਦੀ ਖਜੂਰੀ ਅੰਦਰ। ਸੰਤਾਂ ਨੂੰ ਚੰਗਾ ਨਾ ਲੱਗਾ। ਰਾਜਨੀਤਿਕ ਆਗੂ ਥੋੜ੍ਹਾ ਹੋਰ ਅੱਗੇ ਲੰਘ ਗਏ, ਕਹਿਣ ਲੱਗੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦੇ ਹਾਂ, ਤੁਸੀਂ ਪਹਿਲੇ ਬੇਟੇ ਦਾ ਰਿਸ਼ਤਾ ਪੰਜਾਬੀਆਂ ਨਾਲ ਕਰਕੇ ਪੰਜਾਬ ਨਾਲ ਰਿਸ਼ਤੇਦਾਰੀ ਪਾਈ, ਦੂਜੇ ਬੇਟੇ ਦਾ ਵੀ ਰਿਸ਼ਤਾ ਪੰਜਾਬ ਵਿੱਚ ਕਰਨਾ, ਰਿਸ਼ਤੇਦਾਰੀ ਪਾਣੀ। ਸੰਤਾਂ ਦੀ ਵਾਰੀ ਆ ਗਈ ਨੇ ਤੁਹਾਡਾ ਕੋਈ ਡਰ ਭੌ ਨਹੀਂ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਰਾਜਨੀਤਿਕ ਆਗੂ ਨੇ, ਕੀ ਬਣੇਗਾ ਕਿਵੇਂ ਨਹੀਂ। ਲੱਖਾਂ ਦੇ ਇਕੱਠ ਵਿੱਚ ਨਿਤੜ ਹੋ ਕੇ ਬੇਪਰਵਾਹ ਹੋ ਕੇ ਕਹਿਣ ਲੱਗੇ ਬੜੇ ਅਫਸੋਸ ਦੀ ਗੱਲ ਹੈ, ਜੇਕਰ ਪ੍ਰਧਾਨ ਮੰਤਰੀ ਜੀ ਆਏ ਨੇ, ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦਾ ਕਰਜ਼ ਚੁਕਾਉਣ ਆਏ ਨੇ, ਪਰ ਇਹ ਕਈ ਜਨਮ ਲੈ ਕੇ ਵੀ ਹਿੰਦੁਸਤਾਨੀ ਨਾਵੇਂ ਸਤਿਗੁਰੂ ਦਾ ਕਰਜ਼ ਨਹੀਂ ਉਤਾਰ ਸਕਦੇ। ਇਹਨਾਂ ਨੂੰ ਤੇ ਨੀਵੇਂ ਖੋ ਕੇ ਆਉਣਾ ਚਾਹੀਦਾ ਸੀ ਸ਼ੁਕਰਾਨੇ ਵਜੋਂ। ਅਤੇ ਤੁਸੀਂ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਖਜੂਰੀ ਅੰਦਰ ਉਹਨਾਂ ਦੇ ਅਦਬ ਵਿੱਚ ਖਲੋ ਗਏ ਹੋ। ਸਤਿਗੁਰੂ ਦੀ ਖਜੂਰੀ ਵਿੱਚ ਕੋਈ ਵੀ ਬੰਦਾ ਆਵੇ, ਚਾਹੇ ਕੋਈ ਵੱਡਾ ਕੋਈ ਛੋਟਾ ਏ, ਉਹਦੇ ਨਾਂ 'ਤੇ ਜਕਾਰੇ ਛੱਡਣੇ ਜਾਂ ਖੜ੍ਹੇ ਹੋ ਜਾਣਾ, ਇਹ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਹੈ। ਜਦੋਂ ਕਿਹਾ ਜਕਾਰੇ ਸੰਗਤ ਨੇ ਛੱਡੇ, ਦੂਜੇ ਕਿਹਾ ਓਏ ਆਗੂਓ ਤੁਹਾਨੂੰ ਕੀ ਹੋ ਗਿਆ, ਕਦੇ ਰਾਜਪੂਤ ਧੀਆਂ ਦੇ ਡੋਲੇ ਦੇ ਕੇ ਬਾਦਸ਼ਾਹ ਨਾਲ ਸਾਂਝ ਪਾਉਂਦੇ ਸੀ
ਤੇ ਤੁਸੀਂ ਧੀਆਂ ਦੇ ਡੋਲੇ ਦੀ ਇਹ ਆਫਰ ਦੇ ਰਹੇ ਹੋ, ਉਹਨਾਂ ਨੂੰ ਕਹਿ ਰਹੇ ਹੋ ਕਰੋ, ਕਿੱਧਰ ਚਲੀ ਗਈ ਤੁਹਾਡੀ ਜ਼ਮੀਰ? ਉਦੋਂ ਇੱਕਦਮ ਗੁਰੂ ਕੇ ਪਿਆਰਿਓ ਸੰਗਤ ਵਿੱਚ ਪਤਾ ਲੱਗਾ ਵੀ ਇਹ ਕੌਣ ਹੈ ਜਿਹੜਾ ਇਹੋ ਜਿਹੀ ਜਗ੍ਹਾ 'ਤੇ ਸੱਚ ਬੋਲਦਾ, ਕੋਈ ਅੰਦਰ ਡਰ ਭਉ ਨਹੀਂ। ਪਰ ਉਹ ਜਿਨ੍ਹਾਂ ਨੂੰ ਸਤਿਗੁਰੂ ਜੀ ਦਾ ਭਉ ਹੋਵੇ ਉਹਨਾਂ ਨੂੰ ਦੁਨੀਆ ਦਾ ਕਾਹਦਾ ਭਉ, ਜਿਹੜੇ ਉਹਦੇ ਪਿਆਰ ਵਿੱਚ ਰੰਗੇ ਜਾਣ। ਜਦੋਂ ਜਾਰੇ ਪੰਚਮ ਵੇਲੇ ਵੀ ਜਲੂਸ ਨਿਕਲੇ ਸੀ ਨਾ ਦਿੱਲੀ ਵਿਖੇ, ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਆਏ, ਹੁਣ ਕਹਿੰਦੇ ਕੀਰਤਨ ਕਰੋ, ਕਿਉਂਕਿ ਜੀਂਦ ਵਾਲੇ ਲੈ ਕੇ ਗਏ ਸੀ। ਅਤੇ ਉਹਨਾਂ ਨੇ ਇਹ ਨਹੀਂ ਸੀ ਕਿਹਾ ਪਈ ਇਹ ਪ੍ਰਿੰਸ ਵੱਡਾ ਹੈ ਵੀ ਉਹਦੇ ਸਾਹਮਣੇ ਸਲਾਮਾਂ ਕਰਨੀਆਂ ਜਾਂ ਨਹੀਂ। ਉਹਨਾਂ ਪੜ੍ਹਿਆ ਸੀ ਕੋ ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਕਹਿਣ ਲੱਗੇ ਰੱਬ ਵਰਗਾ ਰਾਜਾ ਕੌਣ ਹੈ? ਰਾਜੇ ਤਾਂ ਝੂਠੇ ਖਣ ਅੱਜ ਕਹਿਣ ਤੇ ਕੱਲ ਨਹੀਂ ਹੋਣਗੇ। ਆਪ ਜੀ ਨੂੰ ਪਤਾ ਹੋਵੇ ਪਿਆਰਿਓ 675 ਕੁ ਆਗੂ ਵੱਖ ਵੱਖ ਰਾਜੇ ਤੇ ਜਿਹੜੇ ਉੱਥੇ ਬੈਠੇ ਖੂਨ ਦਰਬਾਰ ਵਿੱਚ ਸਭ ਤੋਂ ਵੱਧ ਚਿਹਰੇ ਦਾ ਜਲਾਲ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਸੀ। ਤੇ ਉੱਥੋਂ ਦੇ ਵੱਡੇ ਵੱਡੇ ਈਸਾਈਆਂ ਦੇ ਪਾਦਰੀ ਤੇ ਉਹਨਾਂ ਦੇ ਆਗੂਆਂ ਦਾ ਸਿਰ ਝੁਕਿਆ ਸੀ ਸੰਤਾਂ ਦੇ ਸਾਹਮਣੇ। ਉਹ ਸੰਤਾਂ ਦੇ ਸਾਹਮਣੇ ਨਹੀਂ, ਜਿਹੜੀ ਅੰਦਰ ਕਮਾਈ ਸੀ। ਸੰਤ ਕਰਤਾਰ ਸਿੰਘ ਜੀ ਦੀ ਗੱਲ ਕਰ ਰਹੇ ਸਨ ਪਿੰਡਾਂ ਵਾਲਿਆਂ ਦੀ ਦਿੱਲੀ ਵਿਖੇ। ਉਹਨਾਂ ਦੇ ਇਹ ਬਚਨ ਸੁਣ ਕੇ ਸੰਗਤ ਵਿੱਚ ਇੱਕ ਨਵਾਂ ਖੁਲਾਰਾ ਆਇਆ, ਇੱਕ ਨਵੀਂ ਜਾਗਰਤੀ ਪੈਦਾ ਹੋਈ। ਪਤਾ ਲੱਗਾ ਸੰਤਨ ਅਵਰ ਨ ਕਾਕੂ ਜਾਨੀ, ਬੇਪਰਵਾਹ ਸਦਾ ਰੰਗ ਖਰਕੈ ਜਾਂ ਕੋ ਪਾਖ ਸੁਆਮੀ ਖਾਨ। ਇੱਕਦਮ ਫਿਰ ਕੌਮ 'ਚ ਹੋਰ ਉਤਸ਼ਾਹ, ਜਾਣ ਪਛਾਣ ਵਧੀ। ਜਥੇ ਦੇ ਪ੍ਰੋਗਰਾਮ ਜਗ੍ਹਾ ਜਗ੍ਹਾ ਹੋਣ ਲੱਗੇ, ਧੜਾ ਧੜ ਲੋਕ ਅੰਮ੍ਰਿਤ ਦੀ ਦਾਤ ਲੈਣ ਲੱਗੇ। ਪਰ ਕਈ ਵਾਰ ਨਾ ਗੁਰੂ ਕੇ ਪਿਆਰਿਓ ਨਾਲ ਨਾਲ ਲੋਕਾਂ ਵਿੱਚ ਇਹ ਵੀ ਚੱਲ ਪੈਂਦਾ ਵੀ ਸੰਤ ਪੂਰੇ ਨੇ ਕਿ ਅਧੂਰੇ ਨੇ। ਇੱਦਾਂ ਦੀਆਂ ਗੱਲਾਂ ਸ਼ੋਭਦੀਆਂ ਤੇ ਨਹੀਂ, ਪੂਰਾ ਅਧੂਰਾ ਤੇ ਆਪ ਨੂੰ ਵੇਖਿਆ ਕਰੀਏ ਵੀ ਅਸੀਂ ਕਿੰਨੇ ਕੁ ਬਾਣੀ ਪੜ੍ਹਦੇ ਹਾਂ, ਅਸੀਂ ਕਿੰਨੇ ਕੁ ਪਾਣੀ 'ਚ ਹਾਂ। ਫਿਰ ਸਾਡੇ ਨਾਲੋਂ ਸਾਰੇ ਚੰਗੇ ਕਾਰਨ, ਪਰ ਅਸੀਂ ਵੱਡਿਆਂ ਵੱਡਿਆਂ ਨੂੰ ਵੀ ਨਿੰਦਦੇ, ਕਈ ਵਾਰ ਥੱਕਦੇ ਨਹੀਂ। ਹੋਇਆ ਕਿ ਇੱਕ ਮਹਾਂਪੁਰਖਾਂ ਦਾ ਬਹੁਤ ਪਿਆਰ ਵਾਲਾ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਸੰਗਤ ਕੀਤੀ ਚੱਕੋਵਾਲ ਪਿੰਡ ਹੁਸ਼ਿਆਰਪੁਰ 'ਚ। ਉਹਨੇ ਬੇਨਤੀ ਕੀਤੀ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਰਾਂ ਨੂੰ ਵੀ ਮੈਂ ਘਰੇ ਅਖੰਡ ਪਾਠ ਸਾਹਿਬ ਕਰਵਾਉਣਾ। ਕਹਿੰਦੇ 7 ਬਚਨ ਸਿੰਘ ਭੇਜੇ। ਉਹਨਾਂ 'ਚੋਂ ਪਾਠੀ ਸਿੰਘਾਂ 'ਚੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਜੋ ਬਾਅਦ ਵਿੱਚ ਸੰਤ ਬਣਦੇ ਨੇ, ਉਹਨਾਂ ਨੂੰ ਵੀ ਭੇਜਿਆ ਗਿਆ। ਪਾਠ ਹੋ ਰਿਹਾ ਸੀ ਮਰਿਆਦਾ ਨਾਲ। ਸਰਦਾਰ ਤਾਰਾ ਸਿੰਘ ਜੀ ਬੜੇ ਪਿਆਰ ਵਾਲੇ ਸਨ, ਪਰ ਇੱਕ ਫੁਰਨਾ ਕਰ ਬੈਠੇ। ਬਾਬਾ ਜਰਨੈਲ ਸਿੰਘ ਜੀ ਨੂੰ ਕਹਿਣ ਲੱਗੇ ਵੱਡੇ ਸੰਤ ਤਾਂ ਬਚਨ ਦੇ ਬਲੀ ਸਨ, ਹੁਣ ਵੇਖੋ ਕੀ ਬਣਦਾ। ਸੰਤਾਂ ਨੇ ਕਿਹਾ ਸੀ ਪਾਠ ਕਰਾਓ, ਅਸੀਂ ਅਰਦਾਸ ਕਰਾਂਗੇ, ਪਰ ਉਹ ਆਏ ਨਹੀਂ। ਉਹਨਾਂ ਪਾਠੀ ਸਿੰਘ ਭੇਜ ਦਿੱਤੇ ਨੇ। ਅਫਸੋਸ ਜਾ ਕੀਤਾ, ਨਾਲੇ ਬਚਨ ਕਹਿ ਦਿੱਤੇ ਵੱਡੇ ਸੰਤ ਬਚਨ ਦੇ ਬਲੀ ਸਨ, ਹੁਣ ਵੇਖੋ ਕਿ ਉਹ ਸ਼ਕਤੀ ਹੈ ਕਿ ਨਹੀਂ ਹੈ। ਬਾਬਾ ਜਰਨੈਲ ਸਿੰਘ ਜੀ ਇੱਕਦਮ ਵੀਰਸ 'ਚ ਆ ਕੇ ਕਹਿਣ ਲੱਗੇ ਤੂੰ ਭਰੋਸਾ ਰੱਖ, ਉਹ ਜ਼ਰੂਰ ਆਉਣਗੇ, ਵੇਖ ਲਵੀਂ। ਉਹ ਪਾਠ ਵਿੱਚ ਆਪਣੇ ਧਿਆਨ ਕੀਤਾ, ਗੱਲ ਆਈ ਚਲਾਈ ਜੀ ਹੋ ਗਈ। ਪਰ ਸੰਤ ਜਰਨੈਲ ਸਿੰਘ ਜੀ ਖੁਰਾ ਨੇ ਅੰਦਰੋਂ ਹੀ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲੇ ਪਾਠ ਹੋਰ ਵਧੇਰੇ ਕੀਤੇ। ਅੰਦਰੋਂ ਧੂਪ ਆਈ, ਉੱਧਰੋਂ ਭੋਗ ਪੈ ਰਿਹਾ ਸੀ ਅਤੇ ਉਹ ਵੇਖ ਰਹੇ ਸਨ ਵੀ ਸੰਤ ਤੇ ਆਈ ਨਹੀਂ। ਜਦੋਂ ਸੰਤ ਨਹੀਂ ਆਏ, ਜਦੋਂ ਅਜੇ ਤੂੰ ਠਾਕੁਰ ਤੁਮ ਪਏ ਅਰਦਾਸ ਸ਼ੁਰੂ ਹੋਈ ਅਤੇ ਸੰਤ ਕਰਤਾਰ ਸਿੰਘ ਜੀ ਹੋਰੀ ਪਹੁੰਚ ਗਏ। ਹੋਇਆ ਕਿ ਉਹਨਾਂ ਨੇ ਮਿੰਨੀ ਬੱਸ 'ਤੇ ਆਉਂਦੇ ਸਨ, ਆ ਰਹੇ ਸਨ। 3-4 ਕੋ ਦੂਰ ਸੀ, ਉੱਥੇ ਗੱਡੀ ਖਰਾਬ ਹੋ ਗਈ, ਰੋਕੀ ਅਤੇ ਪੈਦਲ ਹੀ ਵਾਹ ਦਾਈ ਭੱਜੇ ਆਏ, ਅਰਦਾਸ ਵਿੱਚ ਸ਼ਾਮਲ ਹੋਏ। ਸਰਦਾਰ ਤਾਰਾ ਸਿੰਘ ਬਹੁਤ ਬੈਰਾਗ ਵਿੱਚ ਭੋਗ ਪਿਆ, ਪ੍ਰਸ਼ਾਦ ਛਕਾਇਆ ਅਤੇ ਕਹਿਣ ਲੱਗੇ ਤਾਰਾ ਸਿੰਘ ਅਸੀਂ ਕੋਈ ਮਹਾਂਪੁਰਖ ਤੇ ਨਹੀਂ ਨਾ, ਅਸੀਂ ਤਾਂ ਮਹਾਂਪੁਰਖਾਂ ਦੇ ਸੇਵਾਦਾਰ ਹਾਂ। ਉਹਨਾਂ ਨੇ ਸਾਨੂੰ ਇਹ ਸੇਵਾ ਲਈ, ਆਪਾਂ ਸੇਵਾਦਾਰ ਹਾਂ, ਸਾਡੀਆਂ ਕਾਹਦੀਆਂ ਪ੍ਰੀਖਿਆਵਾਂ ਲੈਣੀਆਂ। ਪਰ ਬਾਬਾ ਜਰਨੈਲ ਸਿੰਘ ਜੀ ਨੂੰ ਇਕੱਲਿਆਂ ਪਰਾਂ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਸਾਨੂੰ ਭਜਾਇਆ ਨਾ ਕਰ, ਤੰਗ ਨਾ ਕਰਿਆ ਕਰ। ਤੇਰੇ ਪਾਠ ਤੇ ਅਰਦਾਸ ਨੇ ਸਾਨੂੰ ਮਜਬੂਰ ਕੀਤਾ, ਸਾਡੇ ਹੋਰ ਸਮਾਗਮ ਸਨ, ਨਹੀਂ ਸੀ ਆਇਆ ਜਾਣਾ।
ਵਿੱਚੇ ਛੱਡ ਕੇ ਤੇਰੇ ਪਿਆਰ ਦਾ ਸਦਕਾ ਸਾਨੂੰ ਦੌੜ ਕੇ ਆਉਣਾ ਪਿਆ ਹੈ। ਮੇਰੇ ਕਹਿਣ ਤੋਂ ਮੁਰਾਦ, ਜਦੋਂ ਕੋਈ ਭਾਵਨਾ ਨਾਲ ਪਿਆਰ ਨਾਲ ਜਿੱਥੇ ਕੋਈ ਯਾਦ ਕਰਦਾ ਸੀ ਅੰਦਰੋਂ, ਉੱਥੇ ਵੀ ਪਹੁੰਚਦੇ ਸਨ, ਕਿਉਂਕਿ ਨਾਮ ਸਿਮਰਨ ਤੇ ਬੰਦਗੀ ਸਦਕਾ ਹੀ ਗੁਰੂ ਕੇ ਪਿਆਰਿਓ ਦਿਲਾਂ ਦੀਆਂ ਜਾਣਨੀਆਂ ਇੱਕ ਨਹੀਂ ਆਖੋ ਜੇ ਅਨੇਕਾਂ ਘਟਨਾਵਾਂ 8 ਸਾਲਾਂ ਵਿੱਚ ਘਟੀਆਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੌਤ ਸੀ, 8 ਸਾਲ ਹੀ ਉਹਨਾਂ ਨੇ ਬਖਸ਼ਿਸ਼ ਕੀਤੇ ਸਨ। ਪਰ 8 ਸਾਲਾਂ 'ਚ ਬੇਅੰਤ ਸੇਵਾ। ਤਖਤ ਸ੍ਰੀ ਪਟਨਾ ਸਾਹਿਬ ਦਾ ਪੁਰਾਣੀ ਤੇ ਨਵੀਂ ਕਮੇਟੀ ਦਾ ਰੌਲਾ ਪੈ ਗਿਆ, ਕੋਰਟ 'ਚ ਕੇਸ ਚਲੇ ਗਏ, ਕਿੰਨੀ ਵਾਰੀ ਝਗੜਾ ਮਿਟਾਇਆ, ਫਿਰ ਪੈ ਜਾਂਦਾ ਸੀ। ਫਿਰ ਸੰਤਾਂ ਨੂੰ ਪਤਾ ਲੱਗਾ ਵੀ ਹੁਣ ਉਹਨਾਂ ਨੇ ਕਹਿ ਦਿੱਤਾ ਵੀ ਸਰਕਾਰ ਹੀ ਕਬਜ਼ਾ ਕਰ ਲਵੇ, ਜਦੋਂ ਸਾਨੂੰ ਨਹੀਂ ਪ੍ਰਧਾਨਗੀ ਮਿਲਣੀ ਤਾਂ ਜਿਹੜਾ ਮਰਜ਼ੀ ਲੈ ਜਾਵੇ। ਇੱਥੋਂ ਤੱਕ ਗੱਲ ਪਹੁੰਚੀ। ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਪਤਾ ਲੱਗੀ। ਉਹਨਾਂ ਨੇ ਕੀ ਕੀਤਾ, ਸੰਤ ਬਾਬਾ ਨਿਸ਼ਚਲ ਸਿੰਘ ਜੀ ਜਮਨਾ ਨਗਰ ਵਾਲੇ, ਸੰਤ ਕਰਤਾਰ ਸਿੰਘ ਜੀ ਸੁਲਤਾਨਪੁਰ ਸਾਹਿਬ ਵਾਲੇ ਨਾਲ ਲੈ ਕੇ ਦੋਨਾਂ ਧਿਰਾਂ ਨੂੰ ਮਿਲੇ। 16 ਘੰਟੇ ਲੱਗੇ, ਮੀਟਿੰਗਾਂ ਕੀਤੀਆਂ। 2-3 ਰਾਤਾਂ ਦੇ ਵਿੱਚ ਇਹੋ ਜਿਹੀ ਉਹਨਾਂ ਨੂੰ ਸਮਝੌਤਾ ਕਰਾ ਦਿੱਤਾ। ਅੱਗੋਂ ਤੋਂ ਮਰਿਆਦਾ ਵੀ ਬਣਾ ਦਿੱਤੀ ਵੀ ਕਿਵੇਂ ਸਕੂਲ ਚੱਲਣੇ, ਅਸਥਾਨ ਚੱਲਣੇ ਚਾਹੀਦੇ ਨੇ। ਉਹ ਸਦਾ ਲਈ ਝਗੜਾ ਮਿਟਿਆ ਅਤੇ ਉਹਦੇ ਨਾਲ ਵੀ ਪੰਥ ਵਿੱਚ ਬਹੁਤ ਵੱਡੀ ਮਹਿਮਾ ਹੋਈ ਸੀ। ਗੱਲ ਕਰ ਲੱਗੇ ਸਾਂ, ਦੀਵਾਨ ਚੱਲ ਰਹੇ ਸਨ। ਪਿਆਰਿਓ, ਮਲਸੀਆਂ ਪਿੰਡ ਸਰਦਾਰ ਗਿਆਨ ਸਿੰਘ ਜੀ ਬਜ਼ੁਰਗ, ਜਿਨ੍ਹਾਂ ਦੇ ਬੇਟੇ ਅੱਗੋਂ ਸਰਦਾਰ ਉਜਲ ਸਿੰਘ ਜੀ ਕੈਨੇਡਾ ਵਿਖੇ ਆਏ ਸਨ। ਇੱਥੇ ਆ ਕੇ ਕੁਝ ਸਮਾਂ ਰਹੇ, ਵਾਪਸ ਚਲੇ ਗਏ, ਹੁਣ ਸਰੀਰ ਛੱਡ ਗਏ ਨੇ। ਕੁਝ ਸਾਲ ਪਹਿਲਾਂ ਉਹਨਾਂ ਦੇ ਘਰ ਬਾਹਰ ਖੇਤਾਂ ਵਿੱਚ ਦੀਵਾਨ ਲੱਗੇ ਹੋਏ ਸਨ। ਉਹਨਾਂ ਦੀਵਾਨਾਂ ਵਿੱਚ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਪਹੁੰਚੇ ਸੀ। ਉਸ ਦੀਵਾਨ ਤੋਂ ਬਾਅਦ ਮਹਾਂਪੁਰਖਾਂ ਨੇ ਅੱਗੇ ਸੋਲਨ ਜਾਣਾ ਸੀ। 3 ਅਗਸਤ ਦੀ ਗੱਲ ਹੈ, ਜਦੋਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਵੀ ਸਾਡੇ ਨਾਲ ਚੱਲੋ। ਉਹ ਵੀ ਅੰਦਰੋਂ ਜਾਣਦੇ ਸਨ, ਕਹਿਣ ਲੱਗੇ ਅਜੇ ਸਤਿਗੁਰੂ ਜੀ ਦੀ ਆਗਿਆ ਨਹੀਂ ਹੈ ਜਾਣ ਦੀ। ਬਾਬਾ ਕਰਤਾਰ ਸਿੰਘ ਸਾਹਿਬ ਜੀ ਇੱਥੋਂ ਤੁਰਦੇ ਨੇ, ਰਸਤੇ ਵਿੱਚ ਜਾ ਕੇ ਜਿਸ ਸੀਟ 'ਤੇ ਬੈਠੇ ਸੀ ਕਾਰ ਦੀ, ਉਹ ਬਦਲ ਦਿੱਤੀ, ਆਪ ਬਹਿ ਗਏ ਸੀਟ ਬਦਲ ਕੇ। ਅੱਗੇ ਐਕਸੀਡੈਂਟ ਹੁੰਦਾ ਹੈ, ਐਕਸੀਡੈਂਟ ਵਿੱਚ ਸੱਟਾਂ ਬਹੁਤ ਲੱਗੀਆਂ। ਕਹਿਣ ਲੱਗੇ ਸਾਨੂੰ ਮਹਿਤੇ ਲੈ ਚਲੋ। ਸਿੰਘ ਕਹਿੰਦੇ ਨਹੀਂ, ਲੁਧਿਆਣੇ ਹੌਸਪੀਟਲ ਲੈ ਗਏ ਵੱਡੇ। ਉੱਥੇ ਜਾ ਕੇ ਇਲਾਜ ਸ਼ੁਰੂ ਕਰਾਇਆ। 13 ਦਿਨ ਹੌਸਪੀਟਲ ਵਿੱਚ ਰਹੇ ਨੇ। ਸਿੰਘਾਂ ਨੇ ਰੱਜ ਕੇ ਬਾਣੀ ਪੜ੍ਹੀ, ਅਰਦਾਸਾਂ ਕੀਤੀਆਂ, ਖੰਡ ਪਾਠਾਂ ਦੇ ਪ੍ਰਵਾਹ ਚੱਲੇ। ਪਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਖੁਰਾਂ ਨੂੰ, ਜਿਨ੍ਹਾਂ ਨਿਰੰਕਾਰ ਵੱਲੋਂ ਹੁਕਮ ਸੀ, ਉਹ 16 ਅਗਸਤ 1977 ਨੂੰ ਉਹ ਆਪਣੇ ਪ੍ਰਾਣ ਤਿਆਗ ਗਏ। ਪ੍ਰਾਣ ਤਿਆਗੇ ਜਦੋਂ ਉਹਨਾਂ ਨੇ, ਤਾਂ ਸੁਭਾਵਿਕ ਸੀ ਕੌਮ ਦੇ ਅੰਦਰ ਬਹੁਤ ਵੱਡਾ ਪਿਆਰ ਸੀ। ਉਹਨਾਂ ਦਾ ਸਰੀਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਲਿਆ ਕੇ ਪਿਆਰਿਓ ਭਰੇ ਦਿਲਾਂ ਨਾਲ ਸਰੀਰ ਦੀ ਸੰਭਾਲ ਸੰਸਕਾਰ ਦੇ ਰੂਪ ਵਿੱਚ ਕੀਤੀ ਗਈ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੀ ਰਚਨਾ ਤੋਂ ਨਿਕਲੇ ਬਚਨ ਜੋ ਟੇਪਾਂ ਵਿੱਚ ਵੀ ਮੌਜੂਦ ਨੇ। ਬਹੁਤ ਸਾਰੇ ਸਿੰਘ ਤਾਜੇ ਮੌਜੂਦ ਨੇ ਜਿਹੜੇ ਨਾਲ ਰਹਿ ਕੇ ਉਹਨਾਂ ਨੇ ਸੰਗਤ ਮਾਣੀ, ਪਿਆਰ ਨਾਲ ਉਹਨਾਂ ਦੀਆਂ ਵੱਖ-ਵੱਖ ਕੌਤਕ ਦੱਸਦੇ ਨੇ, ਕਿਉਂਕਿ ਜਿਹੜੇ ਨਾਲ ਰਹਿੰਦੇ ਹਰ ਰੋਜ਼ ਕੌਤਕ ਵਰਤਦੇ ਨੇ। ਹਰ ਕਿਸੇ ਦਾ ਨਜ਼ਰੀਆ ਆਪਣਾ ਹੁੰਦਾ ਹੈ, ਹਰ ਕੋਈ ਪਿਆਰ ਨਾਲ ਉਹਨਾਂ ਨੂੰ ਯਾਦ ਕਰਦਾ ਹੈ, ਤੋਂ ਬਚਨਾਂ ਤੋਂ ਹਰ ਕੋਈ ਬਹੁਤ ਪ੍ਰਭਾਵਿਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੇਡ ਵਰਤੀ। ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਫਿਰ ਪਿਆਰਿਓ ਸਾਰੇ ਸਿੰਘ ਇਕੱਠੇ ਹੋਏ 45 ਸੀ ਵੀ ਅਗਲੀ ਸੇਵਾ ਕਿਹਨਾਂ ਨੂੰ ਦਿੱਤੀ ਜਾਵੇ। ਵੱਖ-ਵੱਖ ਨਾ ਆਏ, ਕਿਸੇ ਦੀ ਸਹਿਮਤੀ ਨਹੀਂ ਸੀ ਹੁੰਦੀ। ਪਰ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦਾ ਨਾਂ ਲਿਆ ਗਿਆ ਤਾਂ ਉੱਥੇ ਸਾਰਿਆਂ ਦੀ ਇੱਕਦਮ ਸਹਿਮਤੀ ਹੋ ਗਈ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਪ੍ਰਵਾਨ ਨਹੀਂ ਸਨ ਕਰਦੇ। ਸਾਰਿਆਂ ਨੇ ਸਮਝਾਇਆ, ਜਦੋਂ ਨਹੀਂ ਗੱਲ ਬਣੀ ਤੇ ਕਹਿੰਦੇ ਫਿਰ 5 ਪਿਆਰੇ ਹੁਕਮ ਲਾਣਗੇ ਫਿਰ ਮੰਨੋਗੇ। ਫਿਰ ਉਹਨਾਂ ਨੂੰ ਸਿਰ ਝੁਕਾ ਕੇ ਮੰਨਣਾ ਪਿਆ ਸੀ। ਮੇਰੇ ਕਹਿਣ ਤੋਂ ਬਾਅਦ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਹੜੇ ਹਮੇਸ਼ਾ ਇੱਕ ਨਾਅਰਾ ਲਾਇਆ ਕਰਦੇ ਸਨ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਜਾਂ ਕਿਆ ਕਰਦੇ ਸਨ,
ਧਰਮ ਬਿਨ ਉਹ ਕਹਿੰਦੇ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਜਗਾਉਣ ਦਾ ਇੱਕ ਢੰਗ ਸੀ ਤੇ ਪਿਆਰਿਓ ਸਿੱਖੀ ਸਿਦਕ ਨਿਭਾਉਣ ਲਈ ਸਿਰ ਦੇਣੇ ਪੈਂਦੇ ਖਾਨ। ਉਹਨਾਂ ਦੀ ਪਿਆਰਿਓ ਬਰਸੀ ਦੇ ਰੂਪ ਅੰਦਰ ਆਪਾਂ ਜਿੱਥੇ ਜਿੱਥੇ ਵੀ ਬੈਠੇ ਹਾਂ ਉਹਨਾਂ ਦੇ ਚਰਨਾਂ ਵਿੱਚ ਇਹ ਸਾਡਾ ਪਿਆਰ ਭਰੇ ਤੋਂ ਸ਼ਬਦ ਨੇ। ਯਤਨ ਕਰੀਏ ਅੰਮ੍ਰਿਤ ਧਾਰੀ ਹੋਈਏ ਸਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਕੇ ਪਿਆਰਿਓ ਸਤਿਗੁਰੂ ਜਾਣ ਕੇ ਬਾਹਰੋਂ ਵੀ ਅਦਬ ਕਰੀਏ ਤੇ ਬਚਨ ਕਮਾ ਕੇ ਅਦਬ ਕਰੀਏ ਜੋ ਸਤਿਗੁਰੂ ਕਹਿੰਦੇ ਹਨ। ਇੱਕ ਪਰੰਪਰਾ ਰਹੀ ਹੈ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਖੋਣ, ਭਾਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖੋਣ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਖੋਣ ਤੇ ਚਾਹੇ ਸੰਤ ਬਾਬਾ ਜਰਨੈਲ ਸਿੰਘ ਜੀ, ਹਰ ਕਿਸੇ ਮਹਾਂਪੁਰਖ ਦਾ ਕਿਸੇ ਵੀ ਮਜ਼ਹਬ ਧਰਮ ਦਾ ਹੋਵੇ ਪੂਰਾ ਪੂਰਾ ਅਦਬ ਸਤਿਕਾਰ ਕਰਿਆ ਕਰਦੇ ਸਨ। ਜਿੱਥੋਂ ਵੀ ਕੋਈ ਸਿੱਖਿਆ ਲੈਣੀ ਪਵੇ ਨੀਵੇਂ ਖੋ ਕੇ ਲੈਂਦੇ ਸਨ। ਆਓ ਅੱਜ ਲੋੜ ਹੈ ਆਪਾਂ ਨੂੰ ਵੀ ਰਲ ਕੇ ਬੈਠਣ ਦੀ। ਸਤਿਗੁਰੂ ਦੇ ਪਿਆਰ ਵਿੱਚ ਕਿਵੇਂ ਵੀ ਕੋਈ ਨਾਮ ਰੰਗੀ ਆਤਮਾ ਹੈ, ਬਾਹਰੋਂ ਜਿਸ ਵੀ ਮਰਜ਼ੀ ਰੂਪ ਵਿੱਚ ਹੋਵੇ, ਅਸੀਂ ਵੀ ਅਦਬ ਸਤਿਕਾਰ ਕਰੀਏ ਜੀਓ। ਇਹੀ ਮਹਾਂਪੁਰਸ਼ਾਂ ਦੀ ਯਾਦ ਵਿੱਚ ਸ਼ਬਦ ਵਿਚਾਰਿਆਂ ਦਾ ਲਾਭ ਹੋਏਗਾ। ਰੱਜ ਕੇ ਗੁਰਬਾਣੀ ਪੜ੍ਹੀਏ, ਗੁਰਬਾਣੀ ਨੇ ਬੇੜੇ ਪਾਰ ਕਰਨੇ ਹਨ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।